रविदास बोलै, श्री गुरु शब्द कमाए जिन, जीते पंच विकार। तिन संतन को बंदना, सिर चरणन पर धार। तेग बहादुर सिमरियै, घर नौ निध आवै धाय। सब थाई होए सहाय, तेग बहादुर सिमरियै, घर नौ निध आवै धाय। सब थाई होए सहाय। वह प्रगट्यो मर्द अगमड़ा, वरियाम अकेला। वाह वाह गोबिंद सिंह, आपे गुर चेला। वाह वाह गोबिंद सिंह, आपे गुर चेला। वाहिगुरु जी का खालसा, वाहिगुरु जी की फतेह। परम सन्मानयोग गुरु रूप साध संगत जी, तन भागी हो जो कि इस वक्त जुगो जुगो टल दसों ही पातशाह जी के आत्मक स्वरूप गुरता गति दे तखत ते सुभाएमान श्री गुरु ग्रंथ साहिब जी महाराज तिन्हां दी पावन पवित्र मुकद्दस गोद दे विच जुड़ बैठ करके गुरमत विचारां नूं सरवण करन लई अपने अपने काम धंधियां रजेवियां नूं त्यागदे होए सतगुरां दी पावन पवित्र हजूरी दे अंदर जुड़ बैठ करके अकाल पुरख वाहिगुरू दे सिमरन दे विच जुड़ रहे सी। हजूर दा पावन वचन है, प्रभु का सिमरन सब ते ऊंचा, प्रभु कै सिमरन उधरै मूचा। नाम के तारे सगले जंत, नाम के तारे खंड ब्रह्मांड। उस नाम दी महिमा, सिमरन दी महिमा सच्चे पातशाह जी ने पावन वचन कहा, सिमरो सिमर सिमर सुख पावो, कल कलेश तन माहि मिटावो। जो इस सृष्टि दे विच सिमरन करना असल विच ये मानो मनुख अपनी जिंदगी विच जिस तरह असीं किसे एक दिन लई जाना होवे, जिथे जाना है बंदा ये सोचता है कि मैं रात कटनी है, तो रात कट्टण जोगा समान मैं लैके जावां। जे एक रात कटनी है तो एक रात जोगा प्रबंध करके तुरदा है। जे बहुता समा रहना होवे फिर होर समान इकट्ठा करदा है। जे विदेश जाना होवे तो फिर होर वड्डे वड्डे टैची भर लैंदा। जाण वाले नूं तुसीं होर वेखो, जिहदा पता हुंदा है कि इहने विदेश जाना, मान लो उहनूं जद असीं पुछदे हां, की पुछदे हां, भाई तैयारी हो गई? वो कहंदा हाँ, कुछ हो गई कुछ रह गई।
ਫਿਰ ਗੁਰੂ ਪਿਆਰਿਓ, ਅਸੀਂ ਦੁਨੀਆ ਦੇ ਵਿੱਚ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਰਾਤ ਕੱਟਣੀ ਹੈ, ਕੁਛ ਨਾ ਕੁਛ ਪ੍ਰਬੰਧ ਕਰਕੇ ਤੁਰਦੇ ਹਾਂ। ਇੱਕ ਦਿਨ ਅਸੀਂ ਉਸ ਸ਼ਹਿਰ ਨੂੰ ਜਾਣਾ ਜਿੱਥੋਂ ਕਦੇ ਮੁੜ ਕੇ ਵਾਪਸ ਨਹੀਂ ਆਉਣਾ। ਕਦੇ ਸੋਚਿਆ ਆਪਣੇ ਆਪ ਨੂੰ ਕਿ ਉੱਥੇ ਵਾਸਤੇ ਅਸੀਂ ਵੀ ਕੁਛ ਲੈ ਚੱਲੀਏ ਨਾਲ ਜਿਹੜਾ ਉੱਥੇ ਕੰਮ ਆਵੇ? ਤੇ ਮਹਾਰਾਜ ਕਹਿੰਦੇ ਉੱਥੇ ਫਿਰ ਇਹੀ ਕੰਮ ਆਉਣਾ ਜਿਹੜਾ ਹੁਣ ਤੁਸੀਂ ਕਰਕੇ ਹਟੇ ਹੋ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸਹੇਲਾ। ਪਰ ਦੇਖੋ, ਮਨੁੱਖ ਨੇ ਦੁਨੀਆ 'ਚ ਜਗ੍ਹਾ ਬਦਲਣੀ ਹੋਵੇ ਉਹਦੇ ਲਈ ਪ੍ਰਬੰਧ ਕਰਦਾ ਹੈ, ਜਿੱਥੇ ਪੱਕਾ ਰਹਿਣਾ ਵੀ ਨਹੀਂ, ਪਰ ਜਿੱਥੋਂ ਮੁੜ ਕੇ ਪੱਕਾ ਆਉਣਾ ਨਹੀਂ ਉਹਦੇ ਲਈ ਕੋਈ ਸੋਚਦਾ ਨਹੀਂ। ਜਿਹੜੇ ਚਲੇ ਗਏ ਕਦੇ ਮੁੜ ਕੇ ਆਉਣਗੇ? ਜੇ ਆ ਵੀ ਗਏ ਅਸਾਂ ਪਛਾਣ ਲਾਂਗੇ ਜਾਂ ਉਹ ਪਛਾਣ ਲੈਣਗੇ? ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਜਹਾਨ ਨੂੰ ਜਾਣਾ ਉਹਦੇ ਵਾਸਤੇ ਵੀ ਕੁਛ ਇਕੱਠਾ ਕਰ ਲਾ। ਤੇ ਉਹਦੇ ਵਾਸਤੇ ਕੱਪੜੇ ਲੀੜੇ ਪੈਸੇ ਇਹਨਾਂ ਦੀ ਲੋੜ ਨਹੀਂ, ਗੱਡੀਆਂ ਦੀ ਲੋੜ ਨਹੀਂ। ਉੱਥੇ ਸਿਰਫ ਤੇ ਸਿਰਫ ਕਿਉਂਕਿ ਤੇਰੀ ਆਤਮਾ ਨੇ ਜਾਣਾ ਤੇ ਉਹਦਾ ਸਹਾਰਾ ਬਣਨਾ ਪਰਮਾਤਮਾ ਦੇ ਨਾਮ ਨੇ। ਫਿਰ ਮਹਾਰਾਜ ਕਹਿੰਦੇ ਈਹਾਂ ਖਾਟ, ਇੱਥੇ ਖੱਟ, ਇੱਥੇ ਦਾ ਖਟਿਆ ਚਲੋ ਹਰ ਲਾਹਾ। ਦੇਖ ਫਿਰ ਉਹ ਲਾਹਾ ਤੇਰੇ ਉਸ ਦੁਨੀਆ ਵਿੱਚ ਕੰਮ ਆਏਗਾ। ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਆਤਮ ਰਸ ਜਿਹ ਜਨ ਹੀ। ਜਿਨ੍ਹਾਂ ਨੇ ਆਤਮਾ ਦੇ ਰਸ ਨੂੰ ਜਾਣ ਲਿਆ, ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪ੍ਰਵਾਨ। ਆਤਮ ਰਸ ਜਿਹ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪ੍ਰਵਾਨ। ਫਿਰ ਉਹਨਾਂ ਨੂੰ ਕੀ ਕਿਹਾ? ਆਇਆ ਸਫਲ ਤਾਹੂ ਕੋ ਗਨੀਐ। ਇਸ ਦੁਨੀਆ ਤੇ ਆਉਣਾ ਸਫਲਾ ਕਿਹਦਾ ਹੈ? ਜਾਸ ਰਸਨ ਹਰ ਹਰ ਜਸ ਪਨੀਐ। ਆਏ ਬਸ ਹੈ ਸਾਧੂ ਕੈ ਸੰਗੇ, ਅਨੰਦ ਨਾਮ ਧਿਆਵਹਿ ਰੰਗੇ। ਆਵਤ ਸੋਜੋ ਨਾਮ ਹੈ ਰਾਤਾ, ਤਾ ਕੋ ਦਇਆ ਮਇਆ ਵਿਧਾਤਾ। ਏਕੈ ਆਵਨ ਫਿਰ ਜੋਨ ਨ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਸੋ ਰਹੋ ਵਿਚਾਰ, ਗੁਰਮਤਿ ਦੀ ਵਿਚਾਰ ਕੀ ਹੈ? ਗੁਰਬਾਣੀ ਤੇ ਅਰਥ ਪੜ੍ਹਨੇ, ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜ੍ਹਨਾ, ਸ਼ਹੀਦਾਂ ਦੇ ਇਤਿਹਾਸ ਨੂੰ ਪੜ੍ਹਨਾ, ਸੁਣਨਾ, ਸੁਣਾਉਣਾ, ਇਹ ਗੁਰਮਤਿ ਹੈ। ਸੋ ਇਹ ਜੋ ਦਿਹਾੜੇ ਨੇ, ਅੱਜ ਪੋਹ ਦੇ ਮਹੀਨੇ ਦਾ ਆਗਮਨ ਹੋ ਗਿਆ। ਇਹਨੂੰ ਥੋੜ੍ਹੀ ਜਿਹੀ ਆਵਾਜ਼ ਗ੍ਰੰਥੀ ਸਿੰਘ ਜੀ ਵਧਾ ਦਿਓ, ਥੋੜ੍ਹੀ ਜਿਹੀ ਆਵਾਜ਼ ਸੈੱਟ ਕਰ ਦਿਓ। ਕੱਲ੍ਹ ਬੜਾ ਵਧੀਆ ਸੀਗਾ। ਹਾਂ, ਥੋੜ੍ਹੀ ਜਿਹੀ ਖਿੱਚਦੀ ਆਵਾਜ਼ ਥੋੜ੍ਹੀ ਜਿਹੀ। ਅੱਜ ਪੋਹ ਦੇ ਮਹੀਨੇ ਦਾ ਆਗਮਨ ਹੋਇਆ। ਹਾਂ, ਠੀਕ। ਔਰ ਇਹ ਪ੍ਰਕਿਰਤੀ ਦੇ ਵਿੱਚ ਮੌਸਮ ਦੇ ਲਿਹਾਜ਼ ਨਾਲ ਸਭ ਤੋਂ ਕਰੜਾ ਮਹੀਨਾ ਹੈ। ਜਿਸ ਤਰ੍ਹਾਂ ਗਰਮੀ ਦੇ ਵਿੱਚ ਜੇਠ ਔਰ ਹਾੜ, ਇੱਕ ਸਾਲ ਦੇ ਵਿੱਚ ਇਹ ਦੋ ਕਰੜੇ ਮਹੀਨੇ ਨੇ, ਇਸੇ ਤਰ੍ਹਾਂ ਪੋਹ ਔਰ ਮਾਘ ਇਹ ਠੰਡ ਦੇ ਕਰੜੇ ਦਿਨ ਨੇ। ਪਰ ਵੇਖੋ ਗੁਰੂ ਘਰ ਦੀ ਆਪਣੀ ਮੌਜ, ਜਦੋਂ ਅਸੀਂ ਉਸ ਕਰੜੇ ਮੌਸਮ ਵੱਲ ਵੇਖਦੇ ਹਾਂ, ਜੇਠ ਔਰ ਹਾੜ ਦੀ ਤਪਸ਼ ਵੇਖਦੇ ਹਾਂ,
ਚਾਰੇ ਤਰਫ ਅਗ ਵਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੂਸਾ ਹੋ ਗਿਆ ਸੱਚੀ ਸਰਕਾਰ ਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵਕਤ ਤੱਤੀ ਤਵੀ ਤੇ ਬੈਠ ਕੇ ਆਪਣੀ ਸ਼ਹਾਦਤ ਦਿੱਤੀ। ਤੋ ਇੱਧਰ ਇਸ ਮਹੀਨੇ ਦਾ ਆਉਣਾ ਹੋਇਆ, ਤੋ ਇੱਥੇ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਇਹ ਸ਼ਹਾਦਤਾਂ ਦੇਖ ਕੇ ਗੁਰੂ ਸਾਹਿਬ ਜੀ ਨੇ ਦੁਨੀਆ ਦਾ ਸਭ ਤੋਂ ਵੱਡਾ ਦੁੱਖ, ਕਰੜੇ ਤੋਂ ਕਰੜਾ ਦੁੱਖ ਇਸ ਮਹੀਨੇ ਆਪਣੇ ਸਰੀਰ ਤੇ ਆਪਣੇ ਮਨ ਤੇ ਜਰਿਆ, ਤੇ ਉਸ ਕਰੜੇ ਦੁੱਖ ਦੀ ਅਵਸਥਾ ਨੂੰ ਆਪਣੇ ਨੇੜੇ ਤੱਕ ਨਹੀਂ ਆਉਣ ਦਿੱਤਾ। ਤੇ ਉਸ ਵਕਤ ਵੀ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਇੱਕੋ ਗੱਲ ਕਹੀ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ, ਓਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸੋ ਆਓ ਸਾਧ ਸੰਗਤ, ਕੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਦਿਹਾੜੇ ਨੂੰ ਸਮਰਪਿਤ ਅਸਾਂ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਮਨਾਇਆ ਹੈ। ਤੇ ਜਿਹੜਾ ਕੱਲ੍ਹ ਦਾ ਦਿਨ ਹੈ, ਇਹ ਮੁਗਰ ਸੁਦੀ ਪੰਚਮੀ ਸੰਮਤ 1732 ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਮੁਖਵਾਕ ਬਾਣੀ ਦੇ ਅੰਦਰ 9 ਗੁਰੂ ਸਾਹਿਬਾਨਾਂ ਦੀ ਉਸਤਤ ਆਪਣੀ ਕਲਮ ਨਾਲ ਕੀਤੀ। ਇੱਕ ਗੁਰੂ ਸਾਹਿਬ ਜੀ ਦੇ ਮਹਾਨ ਕੌਤਕਾਂ ਨੂੰ ਸਤਿਗੁਰੂ ਜੀ ਨੇ ਇੱਕ ਸ਼ਬਦ ਵਿੱਚ ਉਹਨਾਂ ਦਾ ਗੁੰਥਨ ਕੀਤਾ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਤੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਖਾਤਬ ਹੁੰਦੇ ਕਹਿੰਦੇ ਨੇ, ਗੁਰਸਿੱਖੋ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਏ। ਜਿਹੜਾ ਸਿੱਖ ਮਨ ਬਾਣੀ ਸਰੀਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰੂਗਾ, 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਉਹਦੇ ਘਰ ਆਉਣਗੇ। ਸਭ ਥਾਈਂ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਬੈਠ ਕੇ ਕੋਈ ਯਾਦ ਕਰੇਗਾ, ਸਤਿਗੁਰੂ ਉੱਥੋਂ ਹੀ ਸਹਾਇਤਾ ਕਰਦਾ ਹੈ। ਐਸੀ ਤਾਕਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਸਾਧ ਸੰਗਤ, ਸਤਿਗੁਰੂ ਦੇ ਸੀਸ ਦੇਣ ਦਾ ਜਿਹੜਾ ਪ੍ਰਮੁੱਖ ਕਾਰਨ ਹੈ, ਇਹਦੀ ਕਹਾਣੀ ਕੱਲੀ ਕਸ਼ਮੀਰ ਦੇ ਪੰਡਤਾਂ ਦੀ ਤਰਫ ਤੋਂ ਨਹੀਂ ਸੀ ਸ਼ੁਰੂ ਹੋਈ। ਲਗਭਗ 2 ਸਦੀ ਪਹਿਲਾਂ ਇਹਦਾ ਫੈਸਲਾ ਹੋ ਚੁੱਕਿਆ ਸੀ ਸੀਸ ਦੇਣ ਦਾ। ਇਹ ਕੋਈ ਯਕਦਮ ਕੀਤਾ ਗਿਆ ਫੈਸਲਾ ਨਹੀਂ ਸੀ, ਇੱਕ ਦਿਨ ਹੋਣਾ ਸੀ।
ਪਿਛੋਕੜ ਦੇ ਵਿੱਚ ਜਾਈਏ। ਜਿਸ ਵਕਤ ਬਾਬਰ ਇਸ ਮੁਲਕ 'ਤੇ ਚੜ੍ਹਾਈ ਕਰਦਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਾਹਮਣਾ ਬਾਬਰ ਨਾਲ ਹੁੰਦਾ ਹੈ। ਇਹ ਤਾਕਤ ਸੀ ਕਿ ਉਸ ਵਕਤ ਦੇ ਸਭ ਤੋਂ ਤਾਕਤਵਰ ਹਾਕਮ ਨੂੰ ਲੋਕੀ ਕਹਿੰਦੇ ਸਨ ਬਾਬਰ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਬਾਬਰ ਨਹੀਂ, ਤੂੰ ਹੈ ਜਾਬਰ, ਤੂੰ ਜ਼ੁਲਮ ਕਰਨ ਵਾਲਾ ਹੈ। ਬਹੁਤੇ ਹੰਕਾਰੀ ਬੰਦੇ ਦਾ ਇਲਾਜ ਇਹੀ ਹੁੰਦਾ ਹੈ ਕਿ ਉਹਦੇ ਸਾਹਮਣੇ ਖੜ ਕੇ ਲਲਕਾਰ ਮਾਰ ਦਿਓ, ਜਾਂ ਤਾਂ ਫੈਸਲਾ ਹੋ ਜਾਏਗਾ, ਇੱਕ ਪਾਸਾ ਹੋ ਜਾਏਗਾ। ਜੋ ਕੁਛ ਉਹਦੀ ਤਾਕਤ ਹੋਊਗੀ ਉਹ ਤੁਹਾਡੇ ਤੇ ਅਜਮਾ ਲੂਗਾ ਉਸ ਵਕਤ, ਬਾਕੀ ਨਹੀਂ ਉਹਦੇ ਕੋਲ ਕੁਛ ਵੀ ਰਹਿਣਾ। ਜਾਂ ਫਿਰ ਤੁਹਾਡੀ ਲਲਕਾਰ ਤੋਂ ਉਹ ਭੈਭੀਤ ਹੋ ਜਾਏਗਾ, 2 ਕਦਮ ਪਿੱਛੇ ਹਟ ਜਾਏਗਾ। ਹੰਕਾਰੀ ਬੰਦੇ ਦੇ ਇਲਾਜ ਹੀ 2 ਨੇ, ਪਰ ਇਹਦਾ ਇਲਾਜ ਕਰਨ ਲਈ ਆਪਣਾ ਡਰ ਪਰੇ ਰੱਖਣਾ ਪੈਂਦਾ ਹੈ। ਜੇ ਬੰਦਾ ਆਪ ਡਰਦਾ ਹੈ, ਫਿਰ ਉਹਦੀ ਮਾਰੀ ਹੋਈ ਲਲਕਾਰ ਵੀ ਲੋਕੀ ਸਮਝਦੇ ਨੇ ਕਿ ਫੋਕੀਆਂ ਬੜਾ ਮਾਰਦਾ ਹੈ, ਕੋਈ ਨਹੀਂ ਡਰਦਾ ਹੈਗਾ। ਜਿੰਨੀ ਦੇਰ ਤੱਕ ਸੱਚਮੁੱਚ ਅੰਦਰੋਂ ਤਾਕਤਵਰ ਹੋ ਕੇ ਇਹ ਆਵਾਜ਼ ਨਾ ਦਿੱਤੀ ਜਾਏ, ਉਨੀ ਦੇਰ ਹੰਕਾਰੀ ਕਦੇ ਪ੍ਰਭਾਵ ਦੇ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਨੇ ਜੇਲ੍ਹ ਦੇ ਵਿੱਚ ਵੀ ਗਏ, ਕੌਤਕ ਵੀ ਵਰਤੇ। ਬਾਬਰ ਨਾਲ ਸਾਹਮਣਾ ਹੋਇਆ ਤੇ ਜਾਬਰ ਕਿਹਾ ਤੇ ਉਹ ਕੰਬ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗਾ, ਸ਼ਰਧਾਲੂ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਮੈਂ ਇੱਕ ਡਿਮਾਂਡ ਤੁਹਾਡੇ ਸਾਹਮਣੇ ਰੱਖਦਾ। ਤੁਹਾਡਾ ਬਹੁਤ ਵੱਡਾ ਇਹ ਦਰ ਹੈ, ਇਹ ਕਿਰਪਾ ਕਰੋ, ਮੈਂ ਝੋਲੀ ਅੱਡਦਾ ਤੁਹਾਤੋਂ। ਮਹਾਰਾਜ ਕਹਿੰਦੇ ਦੱਸ। ਮੈਂ ਤੁਹਾਡਾ ਦਾਸ ਬਣ ਕੇ ਚੱਲਾਂਗਾ, ਤੁਹਾਡਾ ਸੇਵਕ ਬਣ ਕੇ ਚੱਲਾਂਗਾ, ਪਰ ਇੱਕ ਕਿਰਪਾ ਕਰੋ ਕਿ ਜਿਹੜਾ ਰਾਜ, ਜਿਹੜਾ ਤਾਜ ਮੇਰੇ ਸਿਰ ਤੇ ਹੈ, ਇਹ ਮੇਰੇ ਖਾਨਦਾਨ ਦੇ ਵਿੱਚੋਂ ਕਦੇ ਜਾਵੇ ਨਾ। ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ ਬਾਬਰ, ਨਹੀਂ ਜਾਏਗਾ, ਪਰ ਇੱਕ ਗੱਲ ਧਿਆਨ ਦੇ ਕੇ ਸੁਣ ਲਾ। ਜੇ ਤੇਰੇ ਖਾਨਦਾਨ ਦੇ ਵਿੱਚ ਕਿਸੇ ਵੀ ਪੀੜ੍ਹੀ ਦੇ ਵਿੱਚ ਕੋਈ ਜ਼ੁਲਮ ਕਰਨ ਵਾਲਾ ਪੈਦਾ ਹੋ ਗਿਆ, ਫੇਰ ਨਹੀਂ ਇਹ ਰਾਜ ਰਹਿਣਾ, ਫੇਰ ਇਹ ਰਾਜ ਖਤਮ ਹੋਊਗਾ। ਤੇਰੇ ਨਾਲ ਮੇਰਾ ਵਾਅਦਾ, ਰਾਜ ਨਹੀਂ ਜਾਏਗਾ, ਪਰ ਜਿਸ ਦਿਨ ਤੇਰੇ ਖਾਨਦਾਨ ਦੇ ਵਿੱਚ ਕੋਈ ਜ਼ੁਲਮ ਕਰਨ ਵਾਲਾ ਪੈਦਾ ਹੋ ਗਿਆ, ਫਿਰ ਇਹ ਰਾਜ ਨਹੀਂ ਲਊਗਾ। ਬਾਬਰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਕਹਿੰਦੀ ਫਕੀਰ ਤਾਂ ਬਚਨ ਦੇ ਬਲੀ ਹੁੰਦੇ ਨੇ। ਇੱਕ ਪਾਸੇ ਬਚਨ ਦੇ ਵੀ ਦਿੱਤਾ ਤੇ ਨਾਲ ਦੀ ਨਾਲ ਉਹ ਨਾ ਦਿੱਤਿਆਂ ਵਰਗਾ ਵੀ ਕਰ ਦਿੱਤਾ। ਇੱਕ ਪਾਸੇ ਤੁਸੀਂ, ਮਹਾਰਾਜ ਕਹਿੰਦੇ ਫਿਰ ਉਹਦੀ ਵਜ੍ਹਾ ਵੇਖ ਨਾ, ਤੂੰ ਸ਼ਰਨ ਵਿੱਚ ਆਇਆ ਤੇ ਬਚਨ ਦੇ ਦਿੱਤਾ, ਰਾਜ ਨਹੀਂ ਜਾਏਗਾ, ਪਰ ਮੈਂ ਕਹਿੰਦਾ ਜੇ ਰਾਜ ਕਰਨ ਵਾਲਾ ਪਾਪ ਕਰੂਗਾ ਫਿਰ ਰਾਜ ਨਹੀਂ ਰਹੂਗਾ। ਤੇ ਇਹਦੇ ਵਿੱਚ ਤੈਨੂੰ ਇਤਰਾਜ਼ ਵੀ ਕੀ ਹੈ? ਤੂੰ ਤੇ ਹੱਸ ਕੇ ਕਹਿ, ਪਰ ਤੂੰ ਵੇਖ, ਤੂੰ ਬਚਨ ਵੀ ਲੈ ਰਿਹਾ ਪਰ ਕਿੱਡੇ ਬੇਈਮਾਨੇ ਤੇ ਖੜਿਆ। ਤੂੰ ਕਹਿੰਦਾ ਵੀ ਜ਼ੁਲਮ ਭਾਵੇਂ ਕਰੀ ਜਾਵੇ ਪਰ ਰਾਜ ਸਲਾਮਤ ਰਹਿਣਾ ਚਾਹੀਦਾ ਹੈ। ਨਹੀਂ ਬਾਬਰ, ਜ਼ੁਲਮ ਕਰਨ ਵਾਲਿਆਂ ਦੇ ਰਾਜ ਕਦੇ ਸਲਾਮਤ ਨਹੀਂ ਰਹਿੰਦੇ। ਇੱਥੇ ਤਾਂ ਜਿਹੜੇ ਕਹਿੰਦੇ ਸੀ ਕਿ ਅਸੀਂ ਕਦੇ ਜਾਣਾ ਹੀ ਨਹੀਂ, ਤੇ ਉਹਨਾਂ ਦੀਆਂ ਹਾਲਾਤਾਂ ਆਪਣੀਆਂ ਨਿਗਾਹ ਦੇ ਸਾਹਮਣੇ ਬਣੀਆਂ ਹੋਈਆਂ ਨੇ।
कि मुड़ के कदे आना नहीं। बात जुल्म दी है। कह लगा फिर तुहाडे बचन की कीमत की हुई? मान लिया जुल्म होएगा, राह चला जाएगा, पर एक पासे तुसी बचन दिता है, फिर तुहाडा बचन भी तो नाल ही खत्म हो गया। महाराज कहते मेरे बचन की कीमत उतरूगी, तेरा राज इवें ही नहीं जाएगा। तेरा राज खत्म करने लई मैं अपने बचन की कीमत देंगा। ये बचन गुरु नानक साहब ने कहा। हजूर वो कीमत की होएगी? धन गुरु नानक साहब कहते उस अपने बचन की कीमत ये होएगी, मैं किसी भी जामे विच होवां, मैं अपना सीस देंगा। मेरे बचन की कीमत ये होएगी। प्राणा से प्यारे पुत्र हैं, पुत्रा से प्यारे प्राण। दशरथ ने दोनों तजे, बचन दिए नहीं जान। एक बचन नूं रखण खातर पुत्र भी बिना कसूर तो छड्डना पिया, तो प्राण पुत्रां दे वियोग विच प्राण चले गए। पर फिर भी मर्द ने एक कम कर विखाया कि बचन जे दे बैठा तो फिर दे दिता। सूरबीर बचन के बली। महाराज कहते इस बचन की कीमत लाउण लई मैं अपना सीस देंगा। अकबर वर्गे बड़े दानिशमंद बादशाह होए। पंचम पातशाह नूं शहीद करने वाला जहांगीर है, पर शहीद इस तरीके नाल कीता, आप लुक गया, मूरे चंदू नूं खड़ा कर दिता। शहीद करन तो बाद छेवें पातशाह के चरणों में डिग पिया। शाहजहान आउंदा है, 4 लड़ाइयां लड़दा, पर आखिर नूं फिर गुरु साहब की शरण विच आ जांदा है। श्री गुरु हरगोबिंद साहब महाराज जी के 5 सपुत्र सन, एक सपुत्री सी बीबी बीरो। माता नानकी जी की पावन कुख नूं भाग ला के संसार ते प्रगट होए धन गुरु तेग बहादुर साहब सच्चे पातशाह महाराज। पहला नाम सी तेग मल। जदों यंग युद्ध दे विच गुरपिता दे नेत्रां दे सामने हत्थ विच तेग लैके वैरियां दे आहू लाहे, तेग दे धनी बन के संसार नूं विखाया, ते उस दिन गुरु हरगोबिंद साहब महाराज कहा तेग मल नहीं, तेग बहादुर, क्योंकि तेग दा धनी है। बचपन दे विच ही ये लक्षण संसार नूं दिखा दिते सन। 2 घटनावां श्री गुरु तेग बहादुर साहब जी के बचपन दी आउंदियां ने, जिहड़ियां संकेत दिंदियां सी कल नूं आउण वाले इस दुनिया के सब तो वड्डे दिन दा। जिस दिन भरा दा शादी सी, वड्डे दी बरात चढ़न वाली सी बाबा सूरजमल दी। ऐन उस वक्त गुरु तेग बहादुर साहब जी बहुत सोहनी पोशाक माता नानकी ने सुआ के गुरु तेग बहादुर साहब जी के तन ते पाई हुई सी। इस तो पहला एक घटना ये वापरदी है कि एक दिन माता नानकी जी 6वें पातशाह नूं पुछदे ने कि सच्चे पातशाह, तुहाडे पुत्र ते तुहाडी पुत्री ते बहुत सारे सिख गुरु घर दे अंदर पुत्रां नालों सिख प्यारे हुंदे ने, पर मैं एक गल वेखदी हाँ, तुहाडा पावन
ਹਸਤ ਨਾ ਕਦੇ ਸਿੱਖ ਦੇ ਸਿਰ ਤੇ ਗਿਆ, ਨਾ ਕਦੇ ਕਿਸੇ ਪੁੱਤਰ ਤੇ ਗਿਆ, ਪਰ ਜਦੋਂ ਵੀ ਤੇਗ ਮੱਲ ਤੁਹਾਨੂੰ ਮਿਲਦਾ ਤੁਸੀਂ ਸਭ ਤੋਂ ਪਹਿਲਾਂ ਆਪਣਾ ਪਾਵਨ ਹੱਥ ਤੇਗ ਮੱਲ ਦੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਰੱਖਦੇ ਹੋ। ਇਹਦਾ ਕਾਰਨ ਕੀ ਹੈ? ਮਹਾਰਾਜ ਸਾਹਿਬ ਕਹਿਣ ਲੱਗੇ, ਨਾਨਕੀ ਸਮੇਂ ਤੋਂ ਪਹਿਲਾਂ ਬਚਨ ਪ੍ਰਗਟ ਕਰਨੇ ਠੀਕ ਨਹੀਂ ਹੁੰਦੇ, ਪਰ ਜੇ ਹੁਣ ਤੂੰ ਪੁੱਛ ਹੀ ਲਿਆ ਮੈਂ ਤੈਨੂੰ ਇੰਨਾ ਕੁ ਦੱਸ ਸਕਦਾ, ਮੈਂ ਤਾਂ ਇਸ ਸੀਸ ਨੂੰ ਇਸ ਲਈ ਨਿਹਾਰਦਾ, ਇਸ ਲਈ ਪਿਆਰ ਕਰਦਾ, ਇਸ ਲਈ ਆਸੀਸ ਦਿੰਦਾ ਕਿ ਪੁੱਤਰਾ ਧੰਨ ਹੈ ਤੇਰਾ ਸੀਸ, ਜਿਸ ਸੀਸ ਨੇ ਇਸ ਧਰਤੀ ਦਾ ਐਡਾ ਵੱਡਾ ਭਾਰ ਆਪਣੇ ਤੇ ਚੁੱਕਣਾ ਹੈ। ਗੱਜ ਕੇ ਆਖੋ ਸਤਿਨਾਮ। ਇਹ ਦੁਨੀਆ ਦਾ ਸਭ ਤੋਂ ਵੱਡਾ ਭਾਰ ਨਾਨਕੀ ਇਸ ਸੀਸ ਨੇ ਚੁੱਕਣਾ। ਮੈਂ ਤੇ ਕਾਇਮ ਕਰਦਾ ਇਸ ਸੀਸ ਨੂੰ, ਮੈਂ ਤੇ ਅਸੀਸ ਦਿੰਦਾ। ਮਾਤਾ ਜੀ ਕੋਈ ਬਹੁਤਾ ਜ਼ਿਆਦੇ ਗੁਰੂ ਸਾਹਿਬ ਨੇ, ਔਰ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਕਹਿੰਦੇ ਜਦੋਂ ਇਹ ਸੀਸ ਭਾਰ ਚੱਕੂਗਾ ਨਾ, ਉਦੋਂ ਸਰੀਰ ਕਰਕੇ ਮੈਂ ਤਾਂ ਇਸ ਜਹਾਨ ਤੇ ਨਹੀਂ ਹੋਵਾਂਗਾ, ਪਰ ਤੂੰ ਆਪਣੇ ਕੌਤਕ ਪੁੱਤਰ ਦੇ ਵੇਖ ਕੇ ਆਏਂਗੀ। ਤੇ ਜਦੋਂ ਇਹ ਦੂਸਰੀ ਘਟਨਾ ਵਾਪਰਦੀ ਹੈ ਕਿ ਬਰਾਤ ਚੜ੍ਹਨ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਰਾ ਦੀ ਬਰਾਤ ਚੜ੍ਹਨ ਦਾ ਸਮਾਂ ਸੀ, ਸਿਆਲਾਂ ਦੇ ਦਿਨ ਸੀ। ਇੱਕ ਮੰਗਤਾ ਜਿਹਦਾ ਸਰੀਰ ਦੇ ਉੱਤੇ ਥੋੜੇ ਜਿਹੇ ਕੱਪੜੇ ਪਾਏ ਹੋਏ ਸੀ, ਜਿੰਨੇ ਕੁ ਸਰੀਰ ਸੰਸਾਰ ਵਿੱਚ ਸ਼ਰਮ ਲੱਜਿਆ ਲਈ ਢਕਣਾ ਜ਼ਰੂਰੀ ਹੈ, ਬਸ ਉਨਾ ਕੁ ਸਰੀਰ ਢਕਿਆ ਸੀ, ਬਾਕੀ ਸਾਰਾ ਸਰੀਰ ਉਹਦਾ ਕੱਪੜਿਆਂ ਤੋਂ ਰਹਿਤ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆਇਆ, ਠੁਰ ਠੁਰ ਕਰ ਰਿਹਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਈ ਤੇਰੇ ਕੋਲ ਕੋਈ ਕੱਪੜਾ? ਕਹਿਣ ਲੱਗਾ, ਜੀ ਮੇਰੇ ਕੋਲ ਕੱਪੜਾ ਕੋਈ ਹੈ ਨਹੀਂ, ਮੈਂ ਗਰੀਬ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਧ ਸੰਗਤ ਉਹ ਮਹਿੰਗੀ ਪੁਸ਼ਾਕ ਆਪਣੇ ਤਨ ਤੋਂ ਲਾਹੀ ਤੇ ਉਸ ਮੰਗਣ ਵਾਲੇ ਦੇ ਸਰੀਰ ਤੇ ਪਾ ਦਿੱਤੀ। ਕਹਿਣ ਲੱਗੇ, ਮੈਨੂੰ ਦੇਣ ਵਾਲੇ ਤਾਂ ਬਹੁਤ ਨੇ, ਪਰ ਹੋ ਸਕਦਾ ਤੈਨੂੰ ਦੇਣ ਵਾਲਾ ਕੋਈ ਹੋਰ ਨਾ ਮਿਲੇ, ਤੂੰ ਆਪਣਾ ਤਨ ਢੱਕ। ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿਆ ਵੈਤਾਏ। ਜਿਸ ਵਕਤ ਮਾਤਾ ਨਾਨਕੀ ਜੀ ਨੇ ਵੇਖਿਆ ਤੇਗ ਮੱਲ ਪੁਸ਼ਾਕ, ਕਹਿਣ ਲੱਗੇ, ਮਾਤਾ ਜੀ ਸਾਰੀ ਘਟਨਾ ਦੱਸ ਦਿੱਤੀ। ਮਾਤਾ ਜੀ ਗੁੱਸੇ ਵਿੱਚ ਆ ਗਏ, ਤੇਗ ਮੱਲ ਤੂੰ ਮੈਨੂੰ ਦੱਸ ਦਿੰਦਾ, ਗੁਰੂ ਘਰ ਦੇ ਵਿੱਚ ਕੋਈ ਘਾਟਾ ਥੋੜ੍ਹੀ ਹੈ, ਬਹੁਤ ਪੁਸ਼ਾਕਾਂ ਪਈਆਂ ਸੀ, ਪਰ ਤੇਰੇ ਵਾਸਤੇ ਮੈਂ ਇੰਨੀ ਮਹਿੰਗੀ ਪੁਸ਼ਾਕ ਬਣਾਈ, ਹੁਣ ਦੱਸ ਖੜੇ ਪੈਰ ਮੈਂ ਕਿੱਥੋਂ ਤੇਰੇ ਵਾਸਤੇ ਇਹ ਪੁਸ਼ਾਕ ਤਿਆਰ ਕਰਾਵਾਂਗੀ। ਕੀ ਕਹਿਣਗੇ ਲੋਕੀ? ਜਿੱਥੇ ਬਾਕੀ ਦੇ ਤੇਰੇ ਭਰਾ ਗੁਰੂ ਕੇ ਸਿੱਖ ਚਾਅ ਵਿੱਚ ਤਿਆਰ ਹੋ ਕੇ ਆ ਰਹੇ ਨੇ, ਤੂੰ ਹੁਣ ਪੁਰਾਣੀ ਪੁਸ਼ਾਕ ਪਾ ਕੇ ਜਾਏਂਗਾ ਉੱਥੇ? ਮੈਨੂੰ ਤੇਰੇ ਦਾਨ ਤੇ ਇਤਰਾਜ਼ ਨਹੀਂ, ਮੈਨੂੰ ਖੁਸ਼ੀ ਹੈ ਕਿ ਤੇਰਾ ਦਾਨੀ ਸੁਭਾਅ ਹੈ, ਪਰ ਤੇਗ ਮੱਲ ਕੁਛ ਮਰਜ਼ਾਦਾ ਵੀ ਹੁੰਦੀ ਹੈ ਸਮਾਜ ਦੀ। ਇੱਕ ਮਾਂ ਹਾਂ, ਮੇਰੇ ਵੱਲ ਵੇਖ, ਮੇਰੀ ਵੀ ਕੋਈ ਤੜਫਣਾ ਹੈ। ਇਹ ਵਾਰਤਾਲਾਪ ਹੁੰਦਾ ਤੇ ਉੱਥੇ ਛੇਵੇਂ ਪਾਤਸ਼ਾਹ ਆ ਗਏ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮਾਂ ਪੁੱਤਰ ਵਿੱਚ ਕੀ ਸੰਵਾਦ ਹੋ ਰਿਹਾ ਹੈ? ਮਾਤਾ ਨਾਨਕੀ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ, ਤੁਹਾਡੇ ਪੁੱਤਰ ਦੇ ਕੌਤਕ ਹੈ ਤੇ ਇਲਾਹੀ, ਸਮਝ ਤੋਂ ਬਾਹਰ ਨੇ। ਬਸ ਥੋੜ੍ਹਾ ਜਿਹਾ ਮਾਂ ਦਾ ਸੁਭਾਅ ਹੁੰਦਾ ਹੈ, ਇਸ ਕਰਕੇ ਗੁੱਸਾ ਵੀ ਆ ਜਾਂਦਾ ਹੈ,
ਪਰ ਜਦੋਂ ਮੈਂ ਇਹਦੇ ਦਾਨੀ ਸੁਭਾਅ ਨੂੰ ਵੇਖਦੀ ਹਾਂ ਤਾਂ ਫਿਰ ਮੇਰੀ ਸਮਝ ਤੋਂ ਵੀ ਪਰੇ ਹੋ ਜਾਂਦਾ ਹੈ ਕਿ ਇਹ ਗੁਰੂ ਕਾ ਨਾਨਕ ਦੇ ਘਰ ਦੇ ਵਿੱਚ ਪਤਾ ਨਹੀਂ ਕੀ ਖੇਡ ਵਰਤਣ ਵਾਲੀ ਹੈ। ਹਜ਼ੂਰ ਇਸ ਤਰ੍ਹਾਂ ਮਹਿੰਗੀ ਪੁਸ਼ਾਕ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ। ਮਾਤਾ ਜੀ ਕਹਿਣ ਲੱਗੇ, ਨਾਨਕੀ ਚਿੰਤਾ ਨਾ ਕਰ, ਅੱਜ ਤਾਂ ਇਹਨੇ ਸਿਰਫ ਤਨ ਦੀ ਚਾਦਰ ਹੀ ਦਾਨ ਕੀਤੀ ਹੈ। ਇਸ ਦੁਨੀਆ ਤੇ ਇੱਕ ਦਿਨ ਐਸਾ ਆਉਣਾ ਹੈ ਜਿੱਦਣ ਤੇਰੇ ਪੁੱਤਰ ਨੇ ਆਪਣੇ ਤਨ ਨੂੰ ਚਾਦਰ ਬਣਾ ਕੇ ਇਸ ਹਿੰਦੁਸਤਾਨ ਦੀ ਪੱਤ ਨੂੰ ਬਚਾਉਣਾ ਹੈ। ਜਿਸ ਤਰ੍ਹਾਂ ਬੱਦਲ ਅਸਮਾਨ ਨੂੰ ਢੱਕ ਲੈਂਦਾ ਹੈ, ਵਸਤਰ ਸਰੀਰ ਨੂੰ ਢੱਕ ਲੈਂਦਾ ਹੈ, ਪਰਦੇ ਮਕਾਨ ਨੂੰ ਢੱਕ ਲੈਂਦੇ ਨੇ, ਅੱਖਾਂ ਤੇ ਬੰਨੀਆਂ ਪੱਟੀਆਂ ਨੇਤਰਾਂ ਨੂੰ, ਦ੍ਰਿਸ਼ਟੀ ਨੂੰ ਢੱਕ ਲੈਂਦੀਆਂ ਨੇ। ਇਸ ਮੁਲਕ ਦੀ ਪੱਤ ਉੱਡ ਜਾਣੀ ਹੈ। ਇੱਥੇ ਨਾ ਸ਼ਰਮ ਰਹਿਣਾ ਤੇ ਨਾ ਧਰਮ ਰਹਿਣਾ, ਤੇ ਉਹ ਦਿਨ ਹੋਊਗਾ ਉਸ ਪਾਪ ਦੀ ਫਿਜ਼ਾ ਦੇ ਵਿੱਚੋਂ ਕੇਵਲ ਤੇਰਾ ਪੁੱਤਰ ਇਸ ਦੁਨੀਆ ਤੇ ਪ੍ਰਗਟ ਹੋਏਗਾ। ਤੂੰ ਕਹਿਨੀ ਹੈ ਚਾਦਰ ਦਾਨ ਕਰ ਦਿੱਤੀ, ਇਹਨੇ ਤੇ ਇੱਕ ਦਿਨ ਸਰੀਰ ਦਾਨ ਕਰ ਦੇਣਾ, ਔਰ ਇਹਦਾ ਦਿੱਤਾ ਹੋਇਆ ਦਾਨ ਇਸ ਮੁਲਕ ਦੀ ਫਿਜ਼ਾ ਬਦਲੇਗਾ। ਇਹ ਮੁਲਕ ਖੜੇਗਾ ਤੇਰੇ ਪੁੱਤਰ ਦੇ ਦਾਨ ਤੇ। ਮੇਰਾ ਸੁਭਾਅ ਨਹੀਂ ਤੇ ਨਾ ਕਰਨੀਆਂ ਵੀ ਚਾਹੀਦੀਆਂ ਨੇ, ਪਰ ਕਈ ਵਾਰੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਫਿਰ ਇਹ ਲੱਗਦਾ ਕਿ ਗੁਰੂ ਕੇ ਸਿੱਖ ਗੁਰਦੁਆਰਿਆਂ ਵਿੱਚ ਸ਼ਹਾਦਤ ਦਿਹਾੜੇ ਸਿੱਖਾਂ ਨੇ ਤਾਂ ਮਨਾਉਣੇ ਨੇ, ਪਰ ਮੈਂ ਵੇਖਦਾ ਕਿ ਭਲਿਓ ਇਸ ਮੁਲਕ ਦੇ ਲੋਗੋ, ਅੱਜ ਤੁਸੀਂ 90 ਕਰੋੜ ਦੀ ਗਿਣਤੀ ਹੋ, ਤੇ ਜੇ ਤੁਹਾਡਾ ਤਿਲਕ ਤੇ ਜੰਝੂ ਬਚਿਆ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੇ ਕਾਰਨ ਬਚਿਆ ਹੈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਰਾਖਾ। ਤੇ ਸੱਚੇ ਪਾਤਸ਼ਾਹ ਜੀ ਦੇ ਇਹ ਸੰਕੇਤ ਪਹਿਲਾਂ ਹੀ ਹੋ ਗਏ ਸਨ। ਸਮਾਂ ਆਇਆ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਰੀਰ ਤਿਆਗਣ ਵੇਲੇ, ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ ਇਸ਼ਾਰਾ ਕਰ ਗਏ, ਬਾਬਾ ਬਸਹਿ ਗ੍ਰਾਮ ਬਕਾਲੇ। 26 ਸਾਲ 9 ਮਹੀਨੇ 13 ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਸਾਹਿਬ ਦੇ ਭੋਰੇ ਵਿੱਚ ਬੈਠ ਕੇ ਨਿਰੰਤਰ ਤਪੱਸਿਆ ਕੀਤੀ। ਪਰ ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਉਸ ਭੋਰੇ ਦੇ ਬਾਹਰ ਬੈਠ ਕੇ ਉਹੀ ਜੀ ਤਪੱਸਿਆ ਕੀਤੀ। ਆਖਰ ਨੂੰ ਦੁਨੀਆ ਦਾ ਸਭ ਤੋਂ ਵੱਡੀ ਅਵਤਾਰ ਦੀ ਮਾਤਾ ਬਣਨਾ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਪਿਛਲੇ ਜਨਮਾਂ ਦੀ ਪਤਾ ਨਹੀਂ ਕਿੰਨੀ ਕੁ ਤਪੱਸਿਆ ਸੀ, ਪਰ ਇਸ ਜਨਮ ਦੀ ਤਪੱਸਿਆ ਵੀ ਮਾਤਾ ਦੀ ਬਹੁਤ ਵੱਡੀ ਸੀ। ਗੁਰੂ ਪਿਆਰੇ, ਔਰੰਗਜ਼ੇਬ ਨੇ ਇੱਕ ਤਹਈਆ ਕਰ ਲਿਆ ਕਿ ਇਸ ਮੁਲਕ ਦੇ ਵਿੱਚ ਕੋਈ ਹਿੰਦੂ ਰਹਿਣ ਹੀ ਨਹੀਂ ਦੇਣਾ, ਇਸਲਾਮ ਤੋਂ ਬਿਨਾਂ ਕੋਈ ਹੋਰ ਧਰਮ ਵਾਲਾ ਰਹਿ ਨਹੀਂ ਦੇਣਾ। ਉਹਦੀ ਸਭਾ ਵਿੱਚ ਕੁਝ ਸਿਆਣੇ ਉਹਦੇ ਕਾਜ਼ੀਆਂ ਨੇ, ਵਿਦਵਾਨਾਂ ਨੇ ਕਿਹਾ ਕਿ ਬਾਦਸ਼ਾਹ, ਆਖਰ ਰਾਜ ਦਾ ਵੀ ਧਰਮ ਹੁੰਦਾ ਹੈ। ਰਾਜ ਕਰਨ ਵਾਲਾ ਅੱਜ ਵੀ ਇਹ ਸਹੁੰ ਚੱਕਦਾ, ਪ੍ਰਾਈਮ ਮਿਨਿਸਟਰ ਹੈ, ਚੀਫ ਮਿਨਿਸਟਰ ਹੈ, ਉਹਨਾਂ ਦੇ ਹੱਥ ਵਿੱਚ ਜਿਹੜੀ ਸਹੁੰ ਦੀ ਤਖਤੀ ਹੁੰਦੀ ਹੈ ਉਹਦੇ ਵਿੱਚ ਇਹੀ ਕਿਹਾ ਹੁੰਦਾ ਹੈ, ਮੈਂ ਕਿਸੇ ਨਾਲ ਭੇਦ ਭਾਵ ਨਹੀਂ ਕਰਾਂਗਾ, ਜਾਤ ਵਰਨ ਧਰਮ ਦਾ ਭੇਦ ਨਹੀਂ ਕਰਾਂਗਾ, ਮੈਂ ਸਾਰਿਆਂ ਨਾਲ ਇੱਕੋ ਜਿਹਾ ਵਰਤਾਰਾ ਕਰਾਂਗਾ, ਮੈਂ ਸਹੁੰ ਖਾਨਾ ਹਾਂ। ਇਹ ਸਹੁੰ ਅੱਜ ਵੀ ਚੁਕਾਈ ਜਾਂਦੀ ਹੈ। ਰਾਜ ਧਰਮ ਹੁੰਦਾ ਹੈ ਕਿ ਇੰਨਾ ਧੱਕਾ ਵੀ ਠੀਕ ਨਹੀਂ ਵੀ ਜੇ ਤੈਨੂੰ ਅਸੀਂ ਇੱਕ ਤਰੀਕਾ ਦੱਸ ਦਈਏ, ਬੜਾ ਸੌਖਾ ਜਿਹਾ ਕੰਮ ਆ,
ਤੈਨੂੰ ਇੰਨਾ ਜ਼ਬਰ ਜ਼ੁਲਮ ਕਰਨ ਦੀ ਲੋੜ ਹੀ ਨਹੀਂ। ਕਹਿੰਦਾ ਦੱਸੋ। ਕਹਿੰਦੇ ਕਸ਼ਮੀਰ ਦੇ ਪੰਡਤ ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਵੱਡੇ ਵਿਦਵਾਨ ਨੇ। ਅੱਜ ਦੀ ਡੇਟ ਵਿੱਚ ਸਭ ਤੋਂ ਧਰਮ ਦੇ ਵਿੱਚ ਕੱਟੜ ਇਹੀ ਨੇ। ਤੁਸੀਂ ਕਿਸੇ ਵੀ ਤਰੀਕੇ ਇਕੱਲੇ ਕਸ਼ਮੀਰ ਦੇ ਪੰਡਤਾਂ ਦਾ ਧਰਮ ਤਬਦੀਲ ਕਰ ਲਓ, ਬਾਕੀਆਂ ਨੇ ਤਾਂ ਆਪਣੇ ਆਪ ਕਰ ਦੇਣਾ, ਕਹਿਣ ਦੀ ਵੀ ਲੋੜ ਨਹੀਂ ਪੈਣੀ। ਕਿਉਂਕਿ ਜਿਹੋ ਜਿਹਾ ਆਗੂ ਹੁੰਦਾ ਉਹੋ ਜਿਹੇ ਉਹਦੇ ਪਿੱਛੇ ਲੱਗਣ ਵਾਲੇ ਹੁੰਦੇ ਨੇ। ਜਦੋਂ ਇਹ ਨਾਮੀ ਆਗੂ ਇਹ ਵਿਦਵਤਾ ਪੱਖੋਂ ਵੀ ਬਹੁਤ ਉੱਚੇ ਨੇ, ਕਿਰਦਾਰ ਪੱਖੋਂ ਵੀ ਬਹੁਤ ਉੱਚੇ ਨੇ, ਧਰਮ ਦੇ ਵਿੱਚ ਵੀ ਬੜੇ ਪੱਕੇ ਨੇ, ਗੱਲ ਇਹ ਵੀ ਇਹਨਾਂ ਦਾ ਕਰੋ ਇਲਾਜ। ਕਸ਼ਮੀਰ ਦਾ ਸੂਬੇਦਾਰ ਬੁਲਾ ਲਿਆ, ਉਹਨੂੰ ਕਹਿੰਦੇ ਵੀ ਆਹ ਤੇਰੀ ਡਿਊਟੀ ਹੈ। ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਿ ਅਸੀਂ ਬਾਕੀ ਹਿੰਦੁਸਤਾਨ ਦੇ ਵਿੱਚ ਇਹ ਕਾਰਵਾਈ ਰੋਕਣ ਲੱਗੇ ਹਾਂ। ਹੁਣ ਸਾਰਾ ਧਿਆਨ ਤੇਰੀ ਸਟੇਟ ਤੇ ਹੈ, ਸਾਨੂੰ ਜਲਦੀ ਤੋਂ ਜਲਦੀ ਰਿਪੋਰਟ ਦੇ ਕਿ ਕਸ਼ਮੀਰ ਦੇ ਪੰਡਤ ਕਿੰਨੀ ਜਲਦੀ ਧਰਮ ਤਬਦੀਲ ਕਰਦੇ ਨੇ, ਇਹ ਦਿੱਲੀ ਦਾ ਤਖਤ ਚਾਹੁੰਦਾ ਹੈ। ਕਹਿੰਦਾ ਜੀ ਠੀਕ ਹੈ। ਉਹਨੇ ਜਿਹੜੇ ਕਸ਼ਮੀਰ ਦੇ ਇਹ ਕਿਰਪਾ ਰਾਮ ਆਗੂ ਸੀ ਵੱਡੇ, ਉਹਨਾਂ ਨੂੰ ਸੱਦ ਲਿਆ। ਉਹਨੇ ਕਿਹਾ ਦੇਖੋ ਬਈ ਗੱਲ ਇਹ ਆ, ਮੈਂ ਤਾਂ ਦਿੱਲੀ ਦੇ ਤਖਤ ਦਾ ਨੌਕਰ ਹਾਂ, ਦਿੱਲੀ ਦੇ ਤਖਤ ਦਾ ਇਹ ਫੈਸਲਾ ਹੈ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ। ਮੈਂ ਇਹ ਚਾਹੁੰਦਾ ਵੀ ਬਿਨਾਂ ਖੂਨ ਖਰਾਬਾ ਕੀਤੇ, ਬਿਨਾਂ ਜ਼ੋਰ ਅਜਮਾਈ ਕੀਤੇ, ਜੇ ਤੁਸੀਂ ਬੜੇ ਚੰਗੇ ਤਰੀਕੇ ਨਾਲ ਇਸਲਾਮ ਕਬੂਲ ਕਰ ਲਓ, ਨਾਲੇ ਸੂਬੇ ਦੇ ਵਿੱਚ ਸ਼ਾਂਤੀ ਬਣੀ ਰਹੂਗੀ, ਪਰ ਇਹ ਹੋਣਾ ਹੀ ਹੋਣਾ, ਕਰਨਾ ਤੁਹਾਨੂੰ ਪੈਣਾ। ਕਿਰਪਾ ਰਾਮ ਪੰਡਿਤ ਕਹਿਣ ਲੱਗਾ ਵੀ ਇਸ ਤਰ੍ਹਾਂ ਹੈ, ਦੇਖੋ ਅਸੀਂ ਵੀ ਆਪਣੇ ਧਰਮ 'ਚ ਵਿਸ਼ਵਾਸ ਰੱਖਦੇ ਹਾਂ, ਆਪਣੀ ਇਸ 'ਤੇ ਵੀ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ। 6 ਮਹੀਨੇ ਦੇ ਵਿੱਚ ਜੇ ਸਾਨੂੰ ਸਾਡਾ ਇਸ਼ਟ ਵੱਲੋਂ ਅਸੀਂ ਉਹਦਾ ਆਰਾਧਨ ਕਰਾਂਗੇ, ਸਾਨੂੰ ਕੀ ਸੁਨੇਹਾ ਮਿਲਦਾ ਹੈ? ਸਾਡਾ ਵਿਸ਼ਵਾਸ ਸਾਡੇ ਭਗਵਾਨ ਤੇ ਹੈ, ਸ਼ਿਵ ਜੀ ਤੇ ਹੈ। ਅਮਰਨਾਥ ਦੀ ਗੁਫਾ ਸਾਡੇ ਲਈ, ਸਾਨੂੰ ਇਹ ਲੱਗਦਾ ਕਿ ਉੱਥੇ ਉਹਦਾ ਵਾਸਾ, ਤੋ ਸਾਨੂੰ 6 ਮਹੀਨੇ ਦੇ ਦਿਓ। 6 ਮਹੀਨਿਆਂ ਦੇ ਵਿੱਚ ਸਾਨੂੰ ਇਹ ਅਲਹਮ ਆ ਗਿਆ ਧਰਮ ਤਬਦੀਲ ਕਰ ਲਓ, ਅਸੀਂ ਤਾਂ ਵੀ ਕਰ ਲਾਂਗੇ। ਜੇ ਸਾਨੂੰ ਅਲਹਮ ਆ ਗਿਆ ਕਿ ਨਹੀਂ ਤੁਸੀਂ ਮਰਨਾ ਪ੍ਰਵਾਨ ਕਰੋ, ਤੇ ਅਸੀਂ ਮਰਨਾ ਵੀ ਪ੍ਰਵਾਨ ਕਰ ਲਾਂਗੇ। ਔਰ ਸਾਡਾ ਤੇਰੇ ਨਾਲ ਇਹ ਵਾਅਦਾ ਰਿਹਾ, ਜੇ ਸਾਡੇ ਇਸ਼ਟ ਨੇ ਇਸ ਵਕਤ ਸਾਡੀ ਬਾਂਹ ਨਾ ਫੜੀ, ਜਿਹਨੂੰ ਅਸੀਂ ਰੱਬ ਮੰਨਿਆ, ਸਾਡਾ ਧਰਮ ਵਿਵਸਥਾ ਵਿੱਚ ਹੈ, ਜੇ ਸਾਡਾ ਰੱਬ ਹੀ ਸਾਡੀ ਬਾਂਹ ਨਹੀਂ ਪਕੜੂਗਾ, ਸਾਡੀ ਗੱਲ ਨਹੀਂ ਸੁਣੂਗਾ, 6 ਮਹੀਨੇ ਬਾਅਦ ਅਸੀਂ ਆਪਣੇ ਆਪ ਹੀ ਧਰਮ ਤਬਦੀਲ ਕਰ ਲਾਂਗੇ। ਤੁਸੀਂ ਸਮਝ ਆ ਕਿ ਠੀਕ ਆ, ਫਿਰ ਤਾਂ ਤੁਹਾਡੇ ਵਾਲਾ ਹੀ ਠੀਕ ਆ, ਸਾਡੇ ਵਾਲੇ ਤਾਂ ਸੁਣੀ ਉਹਨੇ। ਉਹਨੇ ਸੋਚਿਆ ਵੀ ਠੀਕ ਹੈ, 6 ਮਹੀਨੇ ਲੱਗਦਿਆਂ ਨੂੰ ਕਿੰਨਾ ਕੁ ਸਮਾਂ ਲੰਘਣਾ, ਆਏ ਜਾਣੇ ਨੇ, ਇਸ ਤੋਂ ਚੰਗਾ ਕਿ ਅਸੀਂ ਹੋਰ 6 ਮਹੀਨੇ ਬਾਅਦ ਆਪਣੇ ਆਪ ਧਰਮ ਤਬਦੀਲ ਕਰ ਲੈਣਗੇ ਤੇ ਗੱਲ ਮੁੱਕੂਗੀ। ਉਹਨੇ ਔਰੰਗਜ਼ੇਬ ਨੂੰ ਚਿੱਠੀ ਲਿਖ ਦਿੱਤੀ ਕਿ ਔਰੰਗਜ਼ੇਬ ਬਾਤ ਬਣ ਗਈ, ਇੱਥੇ ਮਾਰ ਧਾੜ ਕਰਨ ਦੀ ਲੋੜ ਨਹੀਂ ਪੈਣੀ, ਬਿਨਾਂ ਹੀ ਮਾਰ ਧਾੜ ਤੋਂ ਕੰਮ ਸਿਰੇ ਚੜ੍ਹ ਜਾਣਾ। ਇਹ 6 ਮਹੀਨੇ ਦਾ ਸਮਾਂ ਮੰਗਦੇ ਨੇ, ਤਾਂ ਮੈਂ ਸੋਚਦਾ ਵੀ ਇਹਨਾਂ ਨੂੰ ਸਮਾਂ ਦੇ ਦਈਏ। ਇੱਥੇ ਕਿਹੜੇ ਨੇ ਆਉਣਾ? ਜੇ ਐਡੇ ਹੀ ਇਹ ਕੋਈ ਪੱਕੇ ਧਰਮੀ ਹੁੰਦੇ ਜਾਂ ਇਹਨਾਂ ਦਾ ਕੋਈ ਹੁੰਦਾ, ਤੇ ਇਹ ਕਹਿਣ ਲੱਗੇ ਜੀ ਠੀਕ ਹੈ। ਅਮਰਨਾਥ ਦੀ ਗੁਫਾ ਦੇ ਅੱਗੇ ਬਹਿ ਗਏ ਕਸ਼ਮੀਰ ਦੇ ਵੱਡੇ ਵੱਡੇ ਵਿਦਵਾਨ, ਜਪੀ ਤਪੀ ਪੰਡਤ, ਮਾਰੀ ਆਵਾਜ਼ ਆਪਣੇ ਇਸ਼ਟ ਨੂੰ, ਹੇ ਭਗਵਾਨ ਅੱਜ ਸਾਡਾ ਧਰਮ ਡੋਲ ਗਿਆ, ਸਾਡੇ ਸਾਹਮਣੇ ਮੌਤ ਖੜੀ ਹੈ, ਇੱਕ ਪਾਸੇ ਸਾਡਾ ਧਰਮ ਜਾ ਰਿਹਾ ਹੈ,
ਅੱਜ ਅਸੀਂ ਤੇਰੇ ਦਰ ਤੇ ਬੈਠੇ ਹਾਂ ਕਿ ਇਸ ਤੋਂ ਵੱਧ ਸਾਨੂੰ ਕਦੋਂ ਲੋੜ ਪਏਗੀ, ਤੇ ਕਿਰਪਾ ਕਰ ਹੁਣ ਸਾਡੀ ਰੱਖਿਆ ਕਰ, ਸਾਨੂੰ ਰਾਹ ਦੱਸ ਤੇ ਅਸੀਂ ਕਿਹੜਾ ਰਾਹ ਫੜੀਏ। ਬਿਪਤਾ ਵਿੱਚ ਹਾਂ। ਇੱਥੇ ਇਤਿਹਾਸ ਦੀਆਂ ਵੱਖਰੀਆਂ ਵੱਖਰੀਆਂ ਰਾਇਆਂ ਨੇ। ਤੋ ਮੇਰਾ ਇਹ ਸਵਾਲ ਨਹੀਂ ਕਿ ਮੈਂ ਦੂਜੀ ਗੱਲ ਨੂੰ ਕੱਟ ਕੇ ਕਹਾਂ ਵੀ ਆਹ ਜਿਹੜੀ ਮੈਂ ਸੁਣਾ ਰਿਹਾ ਇਹੀ ਠੀਕ ਹੈ। ਮੇਰਾ ਕਹਿਣ ਤੋਂ ਭਾਵ ਹੈ ਇਹਨਾਂ ਵਿੱਚੋਂ ਕੋਈ ਵੀ ਇੱਕ ਹੋ ਸਕਦੀ ਹੈ, ਪਰ ਇਹ ਹੋਈ ਹੈ। ਕੁਛ ਇਤਿਹਾਸਕਾਰ ਕਹਿੰਦੇ ਨੇ ਕਿ ਅਮਰਨਾਥ ਦੀ ਗੁਫਾ 'ਚੋਂ ਆਵਾਜ਼ ਆਈ, ਕੁਛ ਕਹਿੰਦੇ ਨੇ ਇੱਕ ਲਿਖਤ ਪਰਚੀ ਡਿੱਗੀ, ਪਰ ਲੱਗਦਾ ਹੈ ਜ਼ਿਆਦਾਤਰ ਕਿ ਆਵਾਜ਼ ਆਈ ਹੋਏਗੀ। ਆਵਾਜ਼ ਕੀ ਸੀ? ਹੇ ਕਸ਼ਮੀਰ ਦੇ ਸੂਝਵਾਨ ਵਿਦਵਾਨ ਪੰਡਤੋ, ਜੇ ਧਰਮ ਅੱਜ ਤੁਹਾਡਾ ਖਤਰੇ ਵਿੱਚ ਹੈ, ਫਿਰ ਧਰਮ ਨੂੰ ਬਚਾਉਣ ਵਾਲਾ ਵੀ ਇਸੇ ਦੁਨੀਆ ਤੇ ਬੈਠਾ ਹੈ, ਬਲਕਿ ਉਹ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਡਾ ਵੀ ਮਾਲਕ ਹੈ। ਦਸਮ ਪਾਤਸ਼ਾਹ ਕਹਿੰਦੇ ਨੇ ਖੰਡਾ ਪ੍ਰਿਤਮੈ ਸਾਧਕ ਹੈ, ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿਰਜੇ ਦਾਨੋ ਦੇਵਤੇ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤਾਹੀਂ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਇਸ਼ਾਰਾ ਹੋ ਗਿਆ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਜਾਓ। ਇਸ ਵਕਤ ਤੁਹਾਡੀ ਬਾਂਹ ਜੇ ਕੋਈ ਫੜ ਸਕਦਾ ਹੈ, ਤੁਹਾਡੇ ਧਰਮ ਨੂੰ ਬਚਾ ਸਕਦਾ ਹੈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਹੈ, ਉਹਦੇ ਦਰ ਤੇ ਜਾਓ। ਰਾਹ ਮਿਲ ਗਿਆ। ਇਕੱਠੇ ਹੋਏ, ਮਤਾ ਪਕਾਇਆ, ਕਸ਼ਮੀਰ ਤੋਂ ਚੱਲੇ, ਆਨੰਦਪੁਰ ਸਾਹਿਬ ਪਹੁੰਚਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਣਦੇ ਗਏ, ਬੜੇ ਗੰਭੀਰ ਹੁੰਦੇ ਗਏ ਪਾਤਸ਼ਾਹ। ਇਸ ਵਾਰਤਾਲਾਪ ਤੇ ਗੰਭੀਰ ਕੋਲ ਵੱਡੇ ਵੱਡੇ ਬ੍ਰਹਮ ਗਿਆਨੀ ਸਿੱਖ ਬੈਠੇ ਨੇ, ਉਹ ਵੀ ਸਾਰੇ ਗੰਭੀਰ ਹੋ ਗਏ। ਇੰਨੇ ਨੂੰ ਛੋਟੀ ਜਿਹੀ ਬਾਲ ਅਵਸਥਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਜਗ੍ਹਾ ਤੇ ਆ ਕੇ ਆਪਣੇ ਗੁਰਦੇਵ ਪਿਤਾ ਦੇ ਕੋਲ ਬੈਠ ਗਏ। ਆਪਣੇ ਗੁਰ ਪਿਤਾ ਦੇ ਚਿਹਰੇ ਵੱਲ ਤੱਕਿਆ, ਕਹਿਣ ਲੱਗੇ, ਮਹਾਰਾਜ, ਐ ਗੁਰਦੇਵ, ਜਦੋਂ ਦਾ ਜਨਮ ਲਿਆ ਹੈ, ਜਦੋਂ ਦੀ ਸੋਝੀ ਆਈ ਹੈ, ਮੈਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਕਦੇ ਇੰਨਾ ਗੰਭੀਰ ਨਹੀਂ ਵੇਖਿਆ। ਸਤਿਗੁਰੂ। ਮਹਾਰਾਜ ਕਹਿਣ ਲੱਗੇ, ਗੋਬਿੰਦ ਰਾਏ, ਇਹ ਬੱਚਿਆਂ ਵਾਲੀ ਖੇਡ ਨਹੀਂ। ਇਸ ਤੋਂ ਗੰਭੀਰ ਮਸਲਾ ਇਸ ਦੁਨੀਆ ਤੇ ਕੋਈ ਨਾ ਪਹਿਲਾਂ ਹੋਇਆ ਤੇ ਨਾ ਸ਼ਾਇਦ ਮੁੜ ਕੇ ਕਦੇ ਹੋਵੇ। ਐਡਾ ਵੱਡਾ ਗੰਭੀਰ ਮਸਲਾ ਹੈ ਬੇਟਾ। ਮਹਾਰਾਜ, ਕੀ ਮਸਲਾ? ਕਹਿੰਦੇ, ਅੱਜ ਆਹ ਦਖਿਆਰੇ ਪੰਡਿਤ ਬੈਠੇ ਨੇ, ਉਹਨਾਂ ਦਾ ਧਰਮ ਦਾਅ ਤੇ ਲੱਗ ਗਿਆ। ਅੱਜ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਤਿਲਕ ਔਰ ਜੰਜੂ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ। ਉਹਨੇ ਕਹਿ ਦਿੱਤਾ ਕਿ ਮੈਂ ਇਸ ਮੁਲਕ ਦੇ ਵਿੱਚ ਨਾ ਤਿਲਕ ਰਹਿਣ ਦੇਣਾ ਤੇ ਨਾ ਜੰਜੂ ਪੈਣ ਦੇਣਾ। ਖਤਮ ਹੋਏਗੀ ਤਿਲਕ ਤੇ ਜੰਜੂ ਦੀ ਪ੍ਰਥਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਸਲਾ ਤਾਂ ਸਤਿਗੁਰੂ ਬਹੁਤ ਗੰਭੀਰ ਹੈ, ਪਰ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਤੁਹਾਡੀ ਸਮਰੱਥਾ ਦੇ ਸਾਹਮਣੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਮਸਲਾ ਬਹੁਤ ਗੰਭੀਰ ਹੈ। ਮਹਾਰਾਜ ਕਹਿੰਦੇ, ਗੋਬਿੰਦ ਰਾਏ, ਇੱਕ ਧਰਮ ਉਜੜ ਰਿਹਾ ਹੈ, ਖਤਮ ਹੋ ਰਿਹਾ ਹੈ। ਬੇਟਾ, ਤੈਨੂੰ ਕਿਉਂ ਨਹੀਂ ਲੱਗ ਰਿਹਾ? ਤੂੰ ਕਿਉਂ ਇਹ ਮਹਿਸੂਸ ਕਰ ਰਿਹਾ ਹੈ
कि मेरे लिए ये बहुत बड़ी समस्या नहीं। कह लगे महाराज मैनू तुहाडी समर्था ते ज्ञान है, तुहाडी ताकत का, तुहाडे सामने नहीं कोई टिक सकता। अच्छा पिता जी ये दसो कि जे अज इन्हां दा धर्म बचाउणा होवे तां फिर किवें बच सकदा है? गुरु तेग बहादुर साहब कहण लगे बेटा जे कोई धर्मी बंदा हुण अगे आके कुर्बानी देवे तां बचू यह धर्म। कहंदे जेड़ा अगला वचन दशमेश पिता दी रसना तो निकलिया, बड़े बड़े ब्रह्म ज्ञानियां दी उस वक्त नीवियां पै गईयां, हक्के बक्के रह गए कश्मीर दे पंडित कि गुरु तेग बहादुर साहब दा सुपुत्र की कह रहा है। कहते सच्चे पातशाह ते फिर मैनू नहीं लगता कि तैथों बड़ा धर्मी इस समय इस दुनिया दे विच कोई होर दूजा होवे, तैथों बड़ा धर्मी कोई होर नहीं हो सकता। महाराज साहब कहने लगे बेटा इस बचन की कीमत जानदा की होएगी? महाराज की होएगी? कहंदे तू छोटी जी उम्र विच यतीम हो जाएगा, तेरे सिर तो प्यो का साया उठ जाऊगा। रब ना किसी का प्यो इस दुनिया तो छोटी उम्र विच विदा होवे, बड़ी औखी है जिंदगी। तेरी माता विधवा हो जू, ये कीमत होएगी तेरे इस बचन की। श्री गुरु गोबिंद सिंह महाराज इतिहास कहता कि इत्थे परख कर रहे ने धन गुरु तेग बहादुर साहब अपने पुत्र की। कहन लगे महाराज एक गोविंद राय दे यतीम होण तो इस मुल्क दे लखां बच्चे यतीम होण तो बच जाण, लखां औरतां दे सुहाग उजड़न तो बच जाण, विधवा होण तो बच जाण। मैनू लगता है कि जे मेरी एक मां विधवा होके और मैं यतीम होके इस मुल्क दे बच्चियां नू यतीम होण तो बचा लीए, इस मुल्क दीआं औरतां नू विधवा होण तो बचा लीए, तो सच्ची पातशाह ये सौदा मैनू सस्ता ही लगता है, तो सानू कर लेना चाहिए। श्री गुरु तेग बहादुर साहब जी कहते ने अंदरों प्रसन्न होए। महाराज चाहुंदे सन ये गल मैं ना आखां अपने पुत्र नू, ये गल पुत्र मैनू आखे। महाराज ने कहा कृपा राम लिख चिट्ठी दिल्ली दे तख्त नू कि ऐ बादशाह औरंगजेब साडा गुरु साडा इष्ट गुरु तेग बहादुर है, जे तू साडे गुरु नू इस्लाम दे विच लै आवें तां असीं हिंदुस्तान दे ਜ਼ਿੰਮੇਵਾਰ ब्राह्मण होण दे नाते तैनूं इह वायदा करदे हां कि असीं बिना किसी झगड़े तो आप धर्म तब्दील कर लांगे, बिना कहे तो। पर बादशाह एक करार तैनूं साडे नाल करना पवेगा, जे तू साडे गुरु दा धर्म तब्दील ना कर सकिया ते तू मुड़ के इस मुल्क दे किसी हिंदू वल अख चक के नहीं वेख सकेगा। औरंगजेब नूं सुनेहा मिलिया, उन्हें कहा कि इस तो वधिया गल होर की है। हंकारियां ने सलाहकारां ने भी सलाह दी कि बादशाह इदों सस्ता सौदा होर की है, एक बंदे नूं किन्ना औखा है बादशाह वास्ते उहदा धर्म तब्दील करना। साम दाम दंड भेद सारा कुछ ही खोल देंगे खजाने। इत्थे ते असीं टके टके ते धर्म बेचदे लोग वेखे ते तेरे कोल घाटा ही कुछ नहीं। औरंगजेब ने हाँ कर दी कि बिल्कुल मैनू भी यह प्रवान है। ये पूरे मुल्क च आवाज़ फैल गई। तो गुरु तेग बहादुर साहब जदों आनंदपुर साहब को विदा होण लगे, माता नानकी जी नूं मिले। मां पुत का रिश्ता सी। माता गुजर कौर जी नूं दिलासा दिता। उस वक्त मातावां ने पूछया
माता नानकी जी ने पूछा कि पुत्र मेल कदों होएगा मुड़ के? माता गुजर कौर ने पूछा साईं मुड़ के दीदारे कदों होणगे? उस वक्त फिर गुरु तेग बहादुर साहब ने कहा कि नदियां वाह विछोनिया मेला संजोगी राम। नदियां दे विछड़े हुए नीरां दा फिर संजोगां नाल ही मेला हुंदा है। पलां विच पानी जिहड़ा वह गया वो मुड़ के हथ नहीं आउंदा। इशारा कर दिता कि आखिरी मिलाप है। जिस वक्त गुरु तेग बहादुर साहब गुरु गोबिंद सिंह महाराज नूं तुरन लगे कहण लगे बेटा अज मैं हुण तेरे नाल एक गल करनी है। महाराज हुक्म। कहंदे ये सच है कि ये धर्म बचूगा हुण मेरी कुर्बानी होएगी। पर बेटा ये रहिंदे जहान तक मेरी कुर्बानी की गल बाद विच होनी है। संसार ने कहना कि गुरु गोबिंद सिंह महाराज ने 9 वरियां की उम्र विच अपना पिता कुर्बान कर दिता सी। गल तेरी चलनी है। कुर्बानी मेरी होएगी ते गल तेरी होएगी। ते हुण बेटा मैं ये चाहुंदा कि मेरी कुर्बानी तो बाद तेरी माता बराग करेगी क्योंकि पति पत्नी का रिश्ता है। मेरी माता बराग करेगी क्योंकि मां पुत का रिश्ता है। मेरे सिख मैनू प्राणा तो प्यारे ने वो भी करनगे। एक तो सारियां नू तू संभालना है और नंबर 2 तेरी अख विचों एक हंझू भी मेरे विजोग विच नहीं आना चाहिए। मैं चाहना कि मेरी कुर्बानी तो बाद जदों गल तेरी चले ते लोकी कहन कि गोबिंद राय गुरु तेग बहादुर दे सुपुत्र दा किड्डा क वड्डा जिगरा सी। छोटी जी उम्र विच पिता कुर्बान कर दिता पर कदे सी नहीं वटी। श्री गुरु गोबिंद सिंह महाराज साहब कहन लगे पातशाह मर्दां दे कोल बचन ही हुंदा है। ये बचन तो हुण निभाऊंगा मैं अपने अंतले साह तक। पर सतगुरु जे मैनू तुसीं एक हुक्म दे दिओ एक बचन होर दे दियां तुहानूं। महाराज कहंदे दस बेटा। कहंदे जे तुहाडी किरपा होई मैनू जिंदगी विच बाप बनन दा समां मिलिया ते किते विधि ने इहो जिहा विधान लिख दिता सच्चे पातशाह जिवें अज तुहानूं आनंदपुर साहब तो विदा कर रहे हां ते किते तुहाडी तरह किते पुत्र भी विदा करनगे ते तुहाडा पुत्र तुहानूं इह बचन दिंदा कि मेरी अख दे विचों नीर उस दिन भी नहीं आएगा। गज के आखो सतनाम। ये बचन रहा और निभाया। गड़ी चमकौर की डारी ते खड़ के इतिहास बोलता है। आगे दिन 4-5 दिन की कहानी है बस। अज पो नहीं चढ़िया। अज लहू भिजिया होया पहला तारा चढ़िया गुरु गोबिंद सिंह महाराज दे इस लहू भिजे इतिहास का। गुरु तेग बहादुर साहब लंबी इतिहास है। आगरे गए। श्री गुरु तेग बहादुर साहब जी ने अपनी जिंदगी में 2 यात्रा कीतियां ने। एक पहली यात्रा सी जिहड़ी असाम तक की। दूसरी यात्रा सी जदों सीस का बलिदान दिता। आगरे तो गिरफ्तारी दी, कैद होए। औरंगजेब ने कोई छोटे मोटे हरबे नहीं वरते। पहला उन्हें बड़ा सत्कार दिखाया। महाराज नूं अपने तो उच्चे तखत ते बिठाया। कहने लगा महाराज तुसी आ गए इन्हां वास्ते कुर्बान होण लई। मैं तो परेशान होया पिया। महाराज कहंदे तू परेशान क्यों हो गया? कहने महाराज अपनी तो सांझ बड़ी पुरानी है गुरु घर नाल।
ਮੇਰੇ ਵੱਡ ਵਡੇਰਿਆਂ ਨੇ। ਅਸੀਂ ਤੇ ਰਾਜ ਭਾਗ ਤੁਹਾਤੋਂ ਲਿਆ। ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ, ਪਰ ਤਸਵੀ ਸੀ। ਯਾਦ ਰੱਖਿਓ, ਜੇ ਵਿਦਵਾਨ ਤਸਵੀ ਹੋ ਜਾਵੇ ਨਾ, ਪੜ੍ਹਿਆ ਵਾ ਹੋਵੇ ਪਰ ਹੋ ਜਾਵੇ ਤਸਵੀ, ਸਮਾਜ ਲਈ ਸਭ ਤੋਂ ਖਤਰਨਾਕ ਉਹ ਸਾਬਤ ਹੁੰਦਾ ਹੈ। ਅਨਪੜ੍ਹ ਬੰਦਿਆ ਕੁਛ ਨਹੀਂ ਵਿਗਾੜ ਸਕਦਾ ਸਮਾਜ ਦਾ। ਜੇ ਪੜ੍ਹਿਆ ਲਿਖਿਆ ਮੂਰਖ ਬਣ ਜਾਏ, ਤਸਵੀ ਬਣ ਜਾਏ, ਉਹ ਸਮਾਜ ਨੂੰ ਜਿਉਣ ਨਹੀਂ ਦਿੰਦਾ। ਤੋ ਅੱਜ ਦੇਖ ਲਓ, ਜਿੰਨੇ ਸਾਡੇ ਸਿੱਖਾਂ ਦੇ ਵਿੱਚ ਬਖੇੜੇ ਖੜੇ ਕਰੇ ਹੋਏ ਨੇ ਤਾਂ ਸਾਰੇ ਪੜ੍ਹੇ ਲਿਖਿਆ ਨੇ ਕਰੇ ਹੋਏ ਨੇ, ਕਿਸੇ ਵਿਚਾਰੇ ਅਨਪੜ੍ਹ ਨੇ ਥੋੜ੍ਹੀ ਕਰਿਆ। ਅਨਪੜ੍ਹ ਸੰਤ ਮਹਾਤਮਾ ਕਾਰ ਸੇਵਾ ਵਾਲੇ ਟੋਕਰੀਆਂ ਢੋ ਢੋ ਕੇ ਗੁਰੂ ਘਰ ਬਣਾ ਕੇ ਕਿੰਨੇ ਮਹਾਂਪੁਰਖ, ਬਾਬਾ ਗੁਰਮੁਖ ਸਿੰਘ ਵਰਗੇ, ਹੋਰ ਕਿੰਨੇ ਮਹਾਂਪੁਰਖ, ਚਲੋ ਪੜ੍ਹੇ ਲਿਖੇ ਵੀ ਹੋਏ, ਪਰ ਜਿੰਨੇ ਝਗੜੇ ਪੈਦਾ ਕਰੇ ਨੇ ਤਾਂ ਨੋਟ ਕਰ ਲਓ, ਸਾਰੇ ਡਾਕਟਰ ਘਟਾਉਣੇ ਵਾਲੇ ਨੇ ਕਰੇ ਨੇ। ਬਾਣੀ ਤੇ ਕਿੰਤੂ ਉਹ ਪੜ੍ਹੇ ਲਿਖੇ ਦਾ, ਇਤਿਹਾਸ ਤੇ ਕਿੰਤੂ ਉਹ ਪੜ੍ਹੇ ਲਿਖੇ ਦਾ, ਸਿਧਾਂਤ ਤੇ ਕਿੰਤੂ ਉਹ ਪੜ੍ਹੇ ਲਿਖੇ ਦਾ। ਇਸ ਕਰਕੇ ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰ। ਕਹਿਣ ਲੱਗਾ ਮਹਾਰਾਜ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਆ ਜਿਨ੍ਹਾਂ ਪਿੱਛੇ ਤੁਸੀਂ ਕੁਰਬਾਨੀ ਦੇਣ ਲੱਗੇ ਹੋ, ਇਹਨਾਂ ਦਾ ਕੋਈ ਇੱਕ ਹੈ? ਇਹ ਤੁਹਾਨੂੰ ਲੱਗਦਾ ਵੀ ਕਿਸੇ ਇੱਕ ਦੇ ਹੈਗੇ ਬਣੇ ਹੋਏ? ਇਹਨਾਂ ਦੇ ਕਿੰਨੇ ਦੇਵਤੇ ਨੇ, ਕਿੰਨੀਆਂ ਇਹਨਾਂ ਦੀਆਂ ਦੇਵੀਆਂ ਨੇ, ਉਹਨਾਂ ਦੀ ਪੂਜਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਤੈਨੂੰ ਤਕਲੀਫ ਕਿਉਂ ਹੋ ਰਹੀ ਹੈ? ਮੰਨ ਲਾ ਇਹਨਾਂ ਦਾ ਇੱਕ ਨਹੀਂ ਹੈ, ਇਹਨਾਂ ਦੇ ਹਜ਼ਾਰਾਂ ਨੇ, ਫਿਰ ਇਹਦੇ ਵਿੱਚ ਤੈਨੂੰ ਤਕਲੀਫ ਕੀ ਹੈ? ਤੇਰਾ ਤਾਂ ਹੈ ਇੱਕ, ਜੇ ਤੇਰਾ ਇੱਕ ਹੈ ਤੂੰ ਆਪਣਾ ਉਹਨੂੰ ਪੂਜ। ਕਿੱਡੀ ਵੱਡੀ ਸਾਡੇ ਲਈ ਇਹ ਸਿਧਾਂਤ ਮਿਲਦਾ ਹੈ ਕਿ ਭਾਈ ਜੇ ਕਿਸੇ ਦੀ ਸ਼ਰਧਾ ਕਿਤੇ ਵੀ ਦੂਜੇ ਧਰਮ ਵਾਲੇ ਦੀ ਆਪਣੇ ਧਰਮ ਵਿੱਚ ਟਿਕੀ ਹੈ ਤਾਂ ਉਹਨੂੰ ਟਿਕੀ ਰਹਿਣ ਦਿਓ। ਐਵੇਂ ਉਹਦੇ ਨਾਲ ਪੰਗੇ ਲੈ ਕੇ ਉਹਨੂੰ ਹੈਰਾਨ ਨਾ ਕਰੋ, ਬਸ ਆਪ ਸਿੱਧੇ ਰਹੋ, ਆਪ ਠੀਕ ਰਹੋ। ਇਹ ਸਾਡਾ ਗੁਰੂ ਸਾਨੂੰ ਇਹ ਸਿਖਾ ਕੇ ਗਿਆ। ਸਾਡੇ ਹਾਲ ਇਹ ਨੇ ਕਿ ਅਸੀਂ ਆਪ ਸਿੱਧੇ ਹੈ ਨਹੀਂ ਆਪਣੇ ਧਰਮ ਵਿੱਚ, ਤੇ ਦੂਜਿਆਂ ਦੇ ਜਾ ਕੇ ਅਸੀਂ ਰੋੜੇ ਮਾਰਦੇ ਹਾਂ। ਕਹਿਣ ਲੱਗਾ ਮਹਾਰਾਜ ਦੇਖੋ ਜੀ, ਇਹਨਾਂ ਦੇ ਕਿੰਨੇ ਅੱਗੇ ਜਾਤਾਂ ਬਣੀਆਂ, ਕਿੰਨੇ ਬਣ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਮੇਰੇ ਨਾਲ ਇਹ ਬਹਿਸ ਨਾ ਕਰ, ਜੇ ਫਿਰ ਤੂੰ ਹਾਂ ਗਲਤੀਆਂ ਉਹਨੇ। ਕਹਿੰਦੇ ਤੁਹਾਡੇ ਕਿੰਨੇ ਫਿਰਕੇ ਨੇ? 72 ਫਿਰਕੇ ਨੇ ਤੁਹਾਡੇ, ਔਰ ਬਾਂਸਾਂ ਵਾਂਗ ਭਿੜਦੇ ਹੋ ਆਪਸ ਵਿੱਚ। ਉਹ ਨਹੀਂ ਤੈਨੂੰ ਯਾਦ? ਸ਼ੀਆ ਤੇ ਸੁੰਨੀ ਦੀ ਤੁਹਾਡੀ ਕਿੱਡੀ ਵੱਡੀ ਲੜਾਈ ਹੈ, ਆਪਸ ਵਿੱਚ ਵੈਰੀ ਬਣੇ ਹੋ ਇੱਕ ਦੂਏ ਦੇ। ਇਸ ਕਰਕੇ ਇਹ ਕੋਈ ਤੇਰੀ ਦਲੀਲ ਨਹੀਂ ਕਿ ਤੂੰ ਇਸ ਲਈ ਇਹ ਕੁਛ ਕਰ ਰਿਹਾ। ਇਹਦਾ ਜਵਾਬ ਨਾ ਆਇਆ। ਫਿਰ ਕਹਿਣ ਲੱਗਾ ਮਹਾਰਾਜ ਚਲੋ, ਮਹਾਰਾਜ ਮੈਂ ਇਤਿਹਾਸ ਪੜ੍ਹਿਆ ਤੁਹਾਡਾ ਵੱਡ ਵਡੇਰਿਆਂ ਦਾ। ਤੁਹਾਡੇ ਜਿਹੜੇ ਪਹਿਲੇ ਗੁਰੂ ਸਾਹਿਬ ਸੀ, ਗੁਰੂ ਨਾਨਕ ਦੇਵ, ਕਹਿੰਦੇ ਪੰਡਤ ਜਿਹੜਾ ਸੀ ਮੌਕੇ ਦਾ, ਉਹ ਗੁਰੂ ਤੇ ਨਾਨਕ ਸਾਹਿਬ ਦੇ ਗਲ ਦੇ ਵਿੱਚ ਜਨੇਊ ਪਾਉਣ ਲੱਗਿਆ ਸੀ। ਕਹਿੰਦੇ ਮਹਾਰਾਜ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਸੀ ਪਾਉਣ ਦਿੱਤਾ। ਗੁਰੂ ਨਾਨਕ ਨੇ ਕਿਹਾ ਮੈਂ ਨਹੀਂ ਪਾਉਣਾ। ਤੇ ਮਹਾਰਾਜ ਮੈਨੂੰ ਕਹਿੰਦਾ ਦੁੱਖ ਇਸ ਗੱਲ ਦਾ, ਤੁਹਾਡੇ ਵੱਡੇ ਵਡੇਰੇ ਜਿਹੜੇ ਜਿਸ ਜਨੇਊ ਦੇ ਖਿਲਾਫ ਸੀ ਤੇ ਤੁਸੀਂ ਉਹਦੇ ਵਾਸਤੇ ਕੁਰਬਾਨ ਹੋਣ ਵਾਸਤੇ ਆ ਗਏ। ਤੁਸੀਂ ਤੇ ਆਪਣੇ ਗੁਰੂ ਦੀ ਮਰਜ਼ਾਦਾ ਤੋਂ ਉਲਟ ਤੁਰ ਪਏ। ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਸੁਣ ਫਿਰ ਇਹਦਾ ਜਵਾਬ, ਜਿਗਰਾ ਰੱਖੀ। ਕਹਿੰਦੇ ਤੈਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਕਿਉਂ ਨਹੀਂ ਸੀ ਪਹਿਨਿਆ? ਕਹਿੰਦੇ ਉਸ ਵਕਤ ਉਹ ਬਾਹਮਣ ਧੱਕਾ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਸੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ, ਨਾਹਿਓ ਟੁੱਟੈ ਨਾਮ ਲੱਗੈ ਨਾਹਿਓ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਜੇ ਤਾਂ ਤੇਰੇ ਕੋਲ ਆ ਜਨੇਊ ਹੈਗਾ ਤਾਂ ਪਾ ਦੇ, ਇਸ ਲਈ ਮੈਂ ਇਹ ਪਖੰਡ ਵਾਲਾ ਤੇਰਾ ਨਹੀਂ ਪਾਉਣਾ। ਕਹਿੰਦੇ ਬ੍ਰਾਹਮਣ ਧੱਕਾ ਕਰਦਾ ਸੀ, ਗੁਰੂ ਨਾਨਕ ਖਲੋ ਗਏ ਕਿ ਮੈਂ ਨਹੀਂ ਪਾਉਣਾ। ਕਹਿੰਦੇ ਔਰੰਗਜ਼ੇਬ ਗੁਰੂ ਨਾਨਕ ਦੇ ਘਰ ਦਾ ਜਨੇਊ ਨਾਲ ਕੋਈ ਵਾਸਤਾ ਨਹੀਂ।
ना पाउण नाल ना लाउण नाल। पर जिस वक्त गुरु नानक दे गल विच पाया जा रहा सी वो भी धक्का सी, अज तू उस गल विचों ला रहा है, ये भी धक्का है। ते गुरु नानक दा घर तां धक्के दे खिलाफ खलोऊगा, ना धक्के नाल असीं पैण देना ते ना धक्के नाल असीं लैण देना। ये मर्यादा गुरु नानक दे घर दी, ये भी फेल हो गया। इतिहास बहुत लंबा है। अखीर जदों ने ये गल्लां ना, फिर कहण लगा महाराज जी मैं एक मन बनाया। महाराज कहंदे दस। कहंदे जी मैं डिकलेयर करन लग्या कि गुरु तेग बहादुर महाराज मेरा मुर्शद आ। ये शिखर सी उहदा। महाराज साहब कहण लगे ये सिर्फ तेरा पखंड है, ये तू तरीके नाल मेरा धर्म तब्दील कराउणा चाहुंदा है। कहंदा जी फिर तुसीं ये देखो ना, पूरे मुल्क दे विच तुहाडी किड्डी वड्डी हस्ती होएगी, लोकी कहणगे जिहड़ा औरंगजेब दा गुरु है वो किड्डा ताकतवर है। महाराज कहंदे औरंगजेब किहड़े भुलेखिਆਂ विच तुरिया फिरदा है, जिहड़े घर दे विच मैं बैठा वो दुनिया दा नहीं, वो पूरी सृष्टि दा सब तो वड्डा घर है गुरु नानक दा। वो अकाल पुरख दी गुरता गद्दी, वो जोत बराज रही है। साध संगत एक दिन ऐसा आया, औरंगजेब ने एक प्रस्ताव रख दिता गुरु तेग बहादुर साहब के सामने। कहना महाराज जे किते तुसी मेरी ये गल मान लो ना, तो मैं सोचदा कि मैं अपनी लड़की का डोला भी तुहानू दे देंगा। गुरु तेग बहादुर साहब कहन लगे औरंगजेब ओ मैं ये तो सुनिया सी कि तू बहुत डिग्या होया इंसान है, पर मैनू ये नहीं सी पता कि तू इन्ना गरकिया होया। तैनू ये गल कहन लग्या शर्म नहीं आई कि देख जेड़ी धी दा तू मैनू डोले दी ऑफर दे रहा, मेरे ओ बच्चियां वर्गी है, मेरे ओ बच्चियां वर्गी है, ते तैनू शर्म नहीं आई। तेरी गल सुनदिया गुरु तेग बहादुर साहब कहते मैनू शर्म आ रही है। वो तू धर्म तो तू की दूसरे के धर्म नू तू कहना मैं इस्लाम नू उच्चा चुकना, ते तू तो इन्ना डिग्या होया अपने खिलाफ का। तो फिर जदों साध संगत ये देख लिया इन्हें कि हुण गुरु साहब ने मनना नहीं, फिर सतगुरु नू सख्त सज़ा दिती, महाराज नू लोह पिंजर दे विच कैद कर दिता। ते जिस वक्त सतगुरु लोह पिंजर विच कैद सन, सामने भाई मतीदास, भाई सतीदास, भाई दयाला जी, ये वो सिख सन जिन्होंने सख्त सजावां दतियां ताकि गुरु डर जाए। हुक्म होया कि मतीदास नू सजा दिओ, सिर ते आरा चलाओ, जिउंदे नू दफाड़ कर दिओ। तैयारी हो गई। एक रवायत से पूछा जाता सी मरन वाले नू कि मौत आ गई भाई, तेरी कोई आखिरी इच्छा है? तो बेईमान ही है। जे हुण मान लो जिन्हों मारना उसकी आखिरी इच्छा ही पूरी करते हैं, तो वह कह दे भाई मेरी जान बख्श दो, आ है मेरी आखिरी इच्छा, क्यों कर दूँ पूरी? ये सिर्फ एक बनाइया हुई गल्लां। कहते भी सिखा तेरी मौत आ गई, तेरी आखिरी इच्छा की है? कहना मेरी आखिरी इच्छा सिर्फ ये आ कि जदों मेरे सिर ते आरा चले ना, तो उस वक्त मेरा मुख मेरे गुरु तेग बहादुर साहब के चरणों वाल होवे, बस मेरी आ इच्छा पूरी कर दे। बस मैं आखिरी इच्छा रखदा कि जदों मेरे शीस ते आरा चले, उस वक्त मेरे नेत्र मेरी बिरती गुरु तेग बहादुर साहब के चरणों नाल जुड़ी रहे। कबीर साहब ने कहा सी, कबीर चरण कमल की मौज को कहो कैसे उन्मान, कहबे को शोभा नहीं देखा ही परवान। ये कबीर साहब दियां कईयां हुई पंक्तियां नूं भाई मतीदास ने इस दुनिया ते लागू करके दिखा दिता कि चरनां दी मौज ये हुंदी है कि जिहड़ा चरनां विच टिकिया होवे ते उहदे शरीर नूं भी पाड़ दिओ तां भी कोई फर्क नहीं पैंदा।
ਜਲਾਦ ਆਰਾ ਤਿੱਖਾ ਕਰਨ ਲੱਗਾ ਤੇ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਨ ਲੱਗੇ। ਕਹਿਣ ਲੱਗੇ, ਜਲਾਦ ਕਹਿਣਾ, ਸਿੱਖਾ ਮੈਂ ਤੇ ਆਰਾ ਤਿੱਖਾ ਕਰਨ ਲੱਗਿਆ, ਤੂੰ ਕੀ ਕਰਨ ਲੱਗਿਆ? ਤਾਂ ਭਾਈ ਮਤੀ ਦਾਸ ਕਹਿਣ ਲੱਗੇ, ਮੈਂ ਆਪਣੇ ਮਨ ਨੂੰ ਤਿੱਖਾ ਕਰਨ ਲੱਗਿਆ। ਕਹਿੰਦਾ, ਆਰੇ ਨੂੰ ਤਿੱਖਾ ਤੇ ਆਰੀ ਕਰੇਗੀ, ਸਾਹਣ ਕਰੇਗੀ, ਤੇਰੇ ਮਨ ਨੂੰ ਤਿੱਖਾ ਕੌਣ ਕਰੇਗਾ? ਕਹਿੰਦੇ, ਮੇਰੇ ਮਨ ਨੂੰ ਤਿੱਖਾ ਜਪਜੀ ਕਰੇਗਾ। ਤੇ ਜਪਜੀ ਦਾ ਪਾਠ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਕਹਿੰਦੇ, ਜਿਸ ਵਕਤ ਭਾਈ ਮਤੀ ਦਾਸ ਜੀ ਦੇ ਸਰੀਰ ਦੇ 2 ਫਾੜੇ ਵੀ ਹੋ ਗਏ ਸਨ ਤੇ ਉਸ ਵਕਤ ਵੀ ਦੋਨਾਂ ਸਰੀਰਾਂ ਦੇ ਫਾੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਨਿਰੰਤਰ ਆਉਂਦੀ ਰਹੀ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਦੇਤੀ ਕੁਰਬਾਨੀ ਸਿੱਖ ਨੇ। ਖਬਰ ਪਹੁੰਚੀ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ, ਜਿਸ ਗੁਰੂ ਦਾ ਸਿੱਖ ਨਾ ਮਰਨ ਵੇਲੇ ਉਹ ਘਬਰਾਇਆ ਤੇ ਜਿਹਦੀਆਂ ਅੱਖਾਂ ਦੇ ਸਾਹਮਣੇ ਉਹ ਮਰਿਆ ਤੇ ਨਾ ਉਹ ਗੁਰੂ ਨੂੰ ਕੋਈ ਫਰਕ ਪਿਆ, ਲੱਗਦਾ ਨਹੀਂ ਕਿ ਇਹ ਗੁਰੂ ਹੁਣ ਮੁਝੇਗਾ, ਪਿੱਛੇ ਹਟੇਗਾ। ਸਮਾਂ ਆਇਆ, ਭਾਈ ਦਿਆਲਾ ਜੀ ਨੂੰ ਸ਼ਹਾਦਤ ਦਿੱਤੀ ਤੇ ਫਿਰ ਇਹ ਸਮਾਂ ਆਉਂਦਾ ਹੈ, ਅਨੰਦਪੁਰ ਸਾਹਿਬ ਤੋਂ ਸਿੱਖ ਪਹੁੰਚਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਮਹਾਰਾਜ ਸਾਹਿਬ ਕਹਿਣ ਲੱਗੇ, ਸਿੱਖਾ ਸੁਣਾ ਮੇਰੇ ਸਿੱਖਾਂ ਦਾ ਕੀ ਹਾਲ ਹੈ। ਮੇਰੇ ਸਿੱਖਾਂ ਦਾ ਹਾਲ ਕੀ ਹੈ? ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ, ਮੀਨ ਵਿਛੋਹਾ ਨਾ ਸਹਿ, ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸ ਵਕਤ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਦੇ ਚਰਨਾਂ ਨੇ ਇਉਂ ਤੜਫ ਰਹੇ ਨੇ ਭੌਰਿਆਂ ਦੀ ਤਰ੍ਹਾਂ। ਮਹਾਰਾਜ ਕਹਿਣ ਲੱਗੇ, ਮੇਰੇ ਉਹਨਾਂ ਸਿੱਖਾਂ ਨੂੰ ਜਾ ਕੇ ਇੱਕ ਸੁਨੇਹਾ ਦੇ ਦੀ ਮੇਰਾ। ਇਹ ਮੇਰਾ ਆਖਰੀ ਸੁਨੇਹਾ ਅਨੰਦਪੁਰ ਸਾਹਿਬ ਦੇ ਸਿੱਖਾਂ ਨੂੰ ਹੈ। ਪਰ ਗੁਰੂ ਕੇ ਸਿੱਖਾ, ਭਾਈ ਸਾਹਿਬ ਜਾਂ ਤਾਂ ਫੋਨ ਬੰਦ ਕਰੋ। ਇਹ ਮੇਰਾ ਆਖਰੀ ਸੁਨੇਹਾ ਮੇਰੇ ਸਿੱਖਾਂ ਨੂੰ ਹੈ, ਪਰ ਇਹ ਆਖਰੀ ਸੁਨੇਹਾ ਕੇਵਲ ਹੁਣ ਵਾਲੇ ਸਿੱਖਾਂ ਨੂੰ ਨਹੀਂ ਹੈ। ਇਹ ਮੇਰਾ ਆਖਰੀ ਸੁਨੇਹਾ ਰਹਿੰਦੀ ਦੁਨੀਆ ਤੱਕ ਹਰ ਸਿੱਖ ਨੂੰ ਮਿਲਦਾ ਰਹੇਗਾ। ਤੇ ਜਿਹੜਾ ਵੀ ਸਿੱਖ ਮੇਰੇ ਦਿਸ਼ਾ ਨਿਰਦੇਸ਼ਾਂ ਤੇ ਚੱਲਣਾ ਚਾਹੁੰਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਉਹ ਮੇਰੇ ਇਸ ਪੈਗਾਮ ਨੂੰ ਪੜ੍ਹ ਲਵੇ। ਉਸ ਵਕਤ ਫਿਰ ਹਜ਼ੂਰ ਨੇ ਕਲਮ ਸਿਆਹੀ ਕਾਗਜ਼ ਲੈ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਨਾਵਾ ਤੇ ਫਿਰ ਬਚਨ ਉਚਾਰਨੇ ਸ਼ੁਰੂ ਕੀਤੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ, ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕੋ ਮੀਨਾ। ਮਹਾਰਾਜ ਕਹਿੰਦੇ, ਗੁਰੂ ਕੇ ਸਿੱਖੋ, ਮੈਨੂੰ ਯਾਦ ਕਰ ਰਹੇ ਹੋ, ਬੁਰਾ ਕਰ ਰਹੇ ਹੋ, ਸਰੀਰ ਨੇ ਸਦਾ ਰਹਿਣਾ ਨਹੀਂ। ਜੇ ਇੱਥੇ ਭਾਣਾ ਨਾ ਵਾਪਰਿਆ, ਇੱਕ ਸਮਾਂ ਆਏਗਾ, ਉਮਰ ਹੰਢਾ ਕੇ ਸਰੀਰ ਦੀ ਆਯੂ ਹੈ, ਦੇਹ ਬਿਨਸਣਹਾਰ ਹੈ, ਇੱਕ ਪਰਮਾਤਮਾ ਸਦਾ ਰਹਿਣ ਵਾਲਾ ਹੈ। ਉਸ ਵਾਹਿਗੁਰੂ ਦੇ ਗੁਣ ਗਾਓ, ਨਾਮ ਜਪੋ। ਕਹਿਣ ਲੱਗੇ, ਨਾਮ ਜਪਣ ਲੱਗਿਆਂ ਦੁਨੀਆ ਦੇ ਹਰ ਜਗਿਆਸੂ ਨੂੰ ਇਹ ਸਮੱਸਿਆ ਆਉਂਦੀ ਹੈ। ਹਰ ਕਹਿੰਦਾ ਕਿ ਨਾਮ ਜਪਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ, ਫਿਰ ਸਿੱਖਿਆ ਮਛਲੀ ਤੋਂ ਲਓ। ਪਾਣੀ ਵਿੱਚ ਰਹਿੰਦੀ ਹੈ, ਪਾਣੀ ਵਿੱਚ ਜੰਮੀ, ਪਾਣੀ ਵਿੱਚ ਪਲੀ। ਕਹਿੰਦੇ, ਜੇ ਮਛਲੀ ਜਦੋਂ ਪਾਣੀ ਵਿੱਚ ਉਹ ਤੁਰਦੀ ਹੈ, ਉੱਥੇ 2 ਪ੍ਰਕਿਰਿਆ ਹੁੰਦੀਆਂ ਨੇ। ਜਿਉਂ-ਜਿਉਂ ਮਛਲੀ ਤੁਰਦੀ ਜਾਂਦੀ ਹੈ, ਪਾਣੀ ਉਹਨੂੰ ਰਾਹ ਦਿੰਦਾ ਜਾਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਐਦਾਂ ਕਦੇ ਨਹੀਂ ਹੁੰਦਾ ਕਿ ਉਹਨੂੰ ਪਹਿਲਾਂ ਰਾਹ ਮਿਲੇ ਤੇ ਮਛਲੀ ਫੇਰ ਤੁਰੇ। ਪਹਿਲਾਂ ਉਹਨੂੰ ਇੱਕ ਕਦਮ ਤੁਰਨਾ ਪੈਂਦਾ ਹੈ, ਉਹਦੇ ਤੁਰਨ ਤੋਂ ਬਾਅਦ ਉਹਨੂੰ ਰਾਹ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਤੈਨੂੰ ਇੱਕ ਕਦਮ ਗੁਰੂ ਵੱਲ ਵਧਾਉਣਾ ਪਏਗਾ, ਇੱਕ ਕਦਮ ਧਰਮ ਦੀ ਦੁਨੀਆ 'ਤੇ ਤੁਰਨਾ ਪਏਗਾ।
ਤੇ ਭਾਈ ਗੁਰਦਾਸ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਫਿਰ ਗੁਰੂ ਤੁਹਾਡੀ ਬਾਂਹ ਫੜੇਗਾ, ਗੁਰੂ ਤੁਹਾਡੇ ਅੰਗ ਸੰਗ ਹੋਏਗਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਸਮਾਂ ਆਇਆ ਜੋ ਕੱਲ੍ਹ ਦਾ ਦਿਹਾੜਾ, ਤੇ ਸੱਚੇ ਪਾਤਸ਼ਾਹ ਜੀ ਨੂੰ ਤਿਆਰੀ ਕਰਾ ਦਿੱਤੀ ਗਈ। ਤੇ ਮਹਾਰਾਜ ਨੇ ਭਾਈ ਜੈਤੇ ਨੂੰ ਬੁਲਾ ਕੇ ਕਿਹਾ ਕਿ ਭਾਈ ਜੈਤਿਆ, ਇਉਂ ਕਰੀਂ, ਜਿਸ ਵਕਤ ਇਹ ਭਾਣਾ ਵਰਤੇਗਾ, ਜਿੱਥੇ ਲੋਕ ਤਮਾਸ਼ਬੀਨ ਖੜ ਕੇ ਦੇਖਦੇ ਹੋਣਗੇ, ਤੇ ਉਸ ਵਕਤ ਤੂੰ ਝੋਲੀ ਅੱਡ ਕੇ ਖੜ ਜਾਈਂ, ਤੇ ਕਲਾ ਵਰਤੇਗੀ, ਮੇਰਾ ਸੀਸ ਆਪਣੇ ਆਪ ਤੇਰੀ ਝੋਲੀ ਵਿੱਚ ਪੈ ਜਾਏਗਾ। ਭਾਈ ਜੈਤਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਸੀਂ ਭਾਣਾ ਵਰਤਾਉਣ ਲੱਗੇ ਹੋ, ਤੇ ਜਿਸ ਵਕਤ ਮੈਂ ਉੱਥੇ ਖੜਾਂਗਾ, ਹਜ਼ੂਰ ਤੇਰੇ ਦਰ ਤੇ ਮੈਂ ਸਿੱਖ ਦੁੱਧ ਮੰਗਦੇ ਵੇਖੇ, ਪੁੱਤ ਮੰਗਦੇ ਵੇਖੇ, ਦੁੱਖਾਂ ਤੋਂ ਛੁਟਕਾਰਾ। ਕੋਈ ਨਾਮ ਮੰਗਦਾ ਵੇਖਿਆ, ਕੋਈ ਜਹਾਨ ਮੰਗਦਾ ਵੇਖਿਆ, ਪਰ ਸਤਿਗੁਰੂ ਮੈਂ ਕਿਹੋ ਜਿਹਾ ਸਿੱਖ ਹੋਵਾਂਗਾ ਜਿਹੜਾ ਝੋਲੀ ਅੱਡ ਕੇ ਦਾਤਾ ਤੇਰਾ ਸੀਸ ਮੰਗਦਾ ਪਿਆ ਹੋਏਗਾ ਉੱਥੇ। ਮਹਾਰਾਜ ਕਹਿੰਦੇ, ਜੈਤਿਆ ਵੈਰਾਗ ਨਾ ਕਰ, ਇਹ ਭਾਣਾ ਇੱਦਾਂ ਹੀ ਵਰਤਣਾ। ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਗੁਰੂ ਪਿਆਰਿਓ ਇਸ਼ਨਾਨ ਕੀਤਾ। ਜਿਸ ਖੂਹ ਤੇ ਇਸ਼ਨਾਨ ਕੀਤਾ, ਅੱਜ ਵੀ ਤੁਸੀਂ ਚਾਂਦਨੀ ਚੌਂਕ ਗੁਰਦੁਆਰਾ ਸੀਸ ਗੰਜ ਸਾਹਿਬ ਜਾਓ, ਅੱਜ ਵੀ ਉਸ ਖੂਹ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਛਕਾਇਆ ਜਾਂਦਾ ਹੈ, ਖੂਹ ਮੌਜੂਦ ਹੈ। ਤੇ ਇੱਕ ਬਰੋਟਾ ਸੀ, ਬਰੋਟੇ ਦੇ ਚੌਂਤਰੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੌਂਕੜਾ ਮਾਰ ਕੇ ਸੱਚੇ ਪਾਤਸ਼ਾਹ ਜੀ ਉਸ ਅਵਸਥਾ ਵਿੱਚ ਬੈਠੇ, ਔਰ ਤੇਗ ਚਲਾਉਣ ਵਾਲੇ ਉਸ ਜਲਾਦ ਨੂੰ ਇਹ ਕਿਹਾ ਸੀ ਕਿ ਜਿਸ ਵਕਤ ਜਪਜੀ ਦਾ ਮੈਂ ਨਿਤਨੇਮ ਪਾਠ ਕਰਾਂਗਾ, ਇੱਕ ਮਰਜ਼ਾਦਾ ਹੈ, ਜਦੋਂ ਅਸੀਂ ਬਾਣੀ ਦੀ ਸਮਾਪਤੀ ਕਰਦਾ ਸਿੱਖ, ਇਹ ਗੁਰੂ ਦੀ ਦਿੱਤੀ ਹੈ। ਸਿੱਖ ਕਿਤੇ ਵੀ ਹੋਵੇ, ਤੁਰਿਆ ਹੋਵੇ, ਬੈਠਾ ਹੋਵੇ, ਗੱਡੀ 'ਚ ਹੋਵੇ, ਕਿਤੇ ਹੋਵੇ, ਜਦੋਂ ਬਾਣੀ ਦੀ ਸਮਾਪਤੀ ਕਰਦਾ ਤਾਂ ਅਕਾਲ ਪੁਰਖ ਨੂੰ ਧਿਆ ਕੇ ਉਸ ਵਕਤ ਨਮਸਕਾਰ ਕਰਦਾ। ਤਾਂ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਜਿਸ ਵਕਤ ਮੈਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਨਮਸਕਾਰ ਕਰਾਂਗਾ, ਤੇ ਉਸ ਵਕਤ ਫਿਰ ਤੂੰ ਆਪਣੀ ਕਾਰਵਾਈ ਪਾ ਲਈ। ਤੇ ਕਹਿੰਦਾ ਇਤਿਹਾਸ ਕਿ ਜਿਸ ਵਕਤ ਸਤਿਗੁਰੂ ਨੇ ਇਹ ਪਾਵਨ ਤੁਕਾਂ ਪੜ੍ਹੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਤੇ ਉਸੇ ਵਕਤ ਇਸ ਨਿਰਦੇਜ ਲਾਦ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਤੇ ਸਾਧ ਸੰਗਤ ਜੀ ਤੇਗ ਚਲਾ ਦਿੱਤੀ। ਤੇ ਪਾਣਾ ਵਾਪਰਿਆ, ਇੱਕ ਵਾਰ ਧਰਤੀ ਕੰਬ ਗਈ, ਅਸਮਾਨ ਲਾਲੀ ਵਿੱਚ ਆ ਗਿਆ, ਕਿਉਂਕਿ ਇਸ ਜਹਾਨ ਦਾ ਸਭ ਤੋਂ ਵੱਡਾ ਪਾਪ ਇਸ ਦੁਨੀਆ ਤੇ ਅੱਜ ਹੋਇਆ ਹੈ, ਦਿੱਲੀ ਦੇ ਚਾਂਦਨੀ ਚੌਂਕ ਵਿੱਚ। ਤੇ ਕਹੇ ਹੋਏ ਸਤਿਗੁਰਾਂ ਦੇ ਬਚਨਾਂ ਅਨੁਸਾਰ ਤੇ ਉਹ ਸੀਸ ਜਿਹੜਾ ਸੀ ਜਾ ਕੇ ਭਾਈ ਜੈਤਾ ਜੀ ਦੇ ਝੋਲੀ ਦੇ ਵਿੱਚ ਸਮਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਪਇਓ ਜੈ 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 ਸੁਰਲੋਕ। ਕਹਿੰਦੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਹੀ ਜਿੱਥੇ ਪ੍ਰਲੋਕ ਦੇ ਵਿੱਚ ਜੈ ਜੈਕਾਰ ਦੇ ਜਕਾਰੇ ਉੱਠੇ, ਤਾਂ ਉੱਥੇ ਸੰਸਾਰ ਦੇ ਵਿੱਚ ਹਾਹਾਕਾਰ ਮਚ ਗਈ। ਠੀਕਰ ਹੋਰ ਦਲੀਸ ਸਿਰ ਪ੍ਰਭ ਗੁਰ ਕੀਆ ਪਿਆਨ,
ਗੁਰੂ ਸਾਹਿਬ ਜੀ ਨੇ ਸੀਸ ਦੇ ਦਿੱਤਾ, ਸਿਰ ਦੇ ਦਿੱਤਾ, ਪਰ ਸਿਦਕ ਨਹੀਂ ਦਿੱਤਾ। ਸਿਦਕ ਬਚਾਇਆ, ਸਿਦਕ ਦਾ ਵਿਰਸਾ ਦਿੱਤਾ। ਇਹ ਗੱਲ ਕਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਹੀ ਸੀ ਮੌਕੇ ਦੇ ਬਾਦਸ਼ਾਹ ਨੂੰ, ਮੇਰੀ ਅਜ਼ਦਾਦ को मिटाना तो मुमकिन है, मगर वक्त बदलते वक्त की रफ्तार को कौन रोकेगा। ऐ बादशाह याद रखी, मेरी सदा को दीवाना तो मुमकिन है, मेरी ते आवाज बंद कर देगा शहादत करा के, पर हर गोबिंद की तलवार को कौन रोकेगा। ये मर्यादा रही गुरु घर विच। गुरु अर्जन देव महाराज की शहादत हुई तो 6वें पातशाह जी ने फिर शमशीर वाही, कहना पाया। 9वें पातशाह की शहादत हुई, श्री गुरु गोबिंद सिंह साहब महाराज ने जंग लड़े, मौके की वक्त की सरकार नूं ललकार मारी। साहबजादियां की शहीदी हुई तो बाबा बंदा सिंह बहादुर का खंडा इस जान ते कट गया। जदों पाप होया तो सार संगत इउं गुरु तेग बहादुर साहब जी ने शहादत का जाम पीता। फिर ज्यों ज्यों भाई जैटा जी सीस लैके आनंदपुर साहब दे उन्हां राहां ते जिथे जिथे रुकते गए, अज उत्थे उत्थे स्थान बने ने। तुहाडे गुआंढ विच है गुरुद्वारा नाभा साहिब। जे होर कुछ नहीं तो सतगुरां दी पावन याद दे अंदर जदों भी समा लगे इन्हां गुरु घरां दे नाल असीं जुड़े रहीए। ये साडे मुकाम ने, ये साडे मुकाम ने, ये साडा विरसा है। ये साडी बदकिस्मती भी है कि अज कुछ लोगों के अड्डे बन गए सियासत दे। गुरु भला करेगा, समा इक्को जिहा नहीं रहिंदा, वक्त बदलता है। बड़े बड़े आए, बड़े बड़े गए, रहन न पाव है सुर नर देवा, ऊठ सुधारे कर मुंजन सेवा। तो सच्चे पातशाह जी ने ये कुर्बानी कर दी। ये नाल ही क्योंकि असीं साहबजादियां दियां यादां शुरू हो चलियां ने, मैं कुछ मिनट बात करांगा, समा समाप्ति वाल है। श्री गुरु गोबिंद सिंह महाराज जी दे चारे साहबजादियां ने जोड़ियां दे विच शहादतां प्राप्त कीतियां, शहीद होए। पर ये शहादतां नूं जे असीं समझना है तो केवल ते केवल गुरबाणी द्वारा समझा जा सकता है। शहीद कौन हुंदा है? शहीद का रुतबा किहनूं मिलता है? इस दुनिया ते कोई जमीन पिछे लड़दा मर गया, औरत पिछे लड़दा मर गया, कोई अपना धन बचाउंदा मर गया, कोई किसी का लुटदा मर गया, वो शहीद नहीं हो सकता। शहीद हुंदा है जिहदे विच अपना मरण वेले कोई स्वार्थ ना होवे, उहनूं शहीद कहा जाता है। ते साध संगत शहादत दो तरह की है गुरु घर दे विच। दोने तरह की शहादत दे विच जड़ी अंदरली बिरती है वो सतगुरु पावन बाणी विच कहंदे ने वो इको है, धुरा इको है। वो किहड़ी है? एक शहादत है जिहड़ी धन बाबा अजीत सिंह साहिब ते धन बाबा जुझार सिंह साहिब ने चमकौर दे मैदान दे विच जब आब की औद निधान बने अत हीरण में तब जूझ मरो। दुश्मन दे नाल लोहा लैंदियां मैदाने जंग विच बहुतियां नूं मार गिरा के लड़दियां लड़दियां अपना शहादत दा जाम पी जाना, ये शहादत है। श्री गुरु गोबिंद सिंह महाराज नूं इस समय का नक्शा कदे श्री मुखबाक बाणी दे विच सतगुरु जी ने बन्निया, जिन्हों चंडी दी वार कहंदे ने, जिहड़ी युद्ध दी बाणी है। महाराज कहंदे हे अकाल पुरख दुर्गा अते दानवी
सूल होइयां कंगा, वाछड़ कत्ती सूरियां, बिच खेत खतंगा। तू है कृपाणा तिखियां, बड़ लाहन अंगा। पहला दलां मिलेंदियां, भेड़ पिया निहंगा। महाराज कहते ये है युद्ध दे विच जदों इस तरह भेड़ पैंदे ने। सतगुरु कहते ने धग्गा सूल बजाइयां, दला मुकाबला। तू है कृपाना लईयां, जवानी सूरमई। सरणवत बीज बधाइयां, अगणत सूरतां। दुर्गा सोहे आइयां, रोह बढ़ाए कै। सबनी आन बगाइयां, तेगां तू कै। इस करके ये गुरु साहब जी ने इस, क्योंकि आप जंग लड़े तो सच्चे पातशाह ने अपने जंग के जुझारूआं दे विच जंग लड़न लई, ताकत भरन लई ये वीर रसी बाणी सच्चे पातशाह जी ने ये सानू बख्शिश की। पर अज मत मारी हुई है लोगों की, जिन्होंने इस बाणी के उत्ते भी जोड़े किंतु परंतु मैं समझदा कि उठ करदा कोई। उस तो निखित बंदा इस दुनिया दे विच कोई नहीं हो सकता जिहड़ा गुरु की गल वल उंगल करे। सतगुरु गुरु रामदास महाराज साहब की कहते हैं सानू, हम अंधले अंध बिखै बिखराते, क्यों चल है गुर चाली। सतगुर दया करे सुख दाता, हम लाभ है आपन पाली। गुर सिख मीत चलो गुर चाली, जो गुर कह सोई भल मानो। हर हर कथा नहाल निराली। तेरा भला इस गल विच है, जो गुरु कह गया, जो गुरु कर गया, उन्होंने नमस्कार कर दे। जे तेरे विच किंतु आ गया तो फिर तू समझ लै कि गुरु दे दर दा दोखी बन गया। ये हुण असीं देखना है, असीं गुरु घर दे श्रद्धालु बनना। अज तां श्रद्धालुआं दे नां हेठ मैं समझदा कि असीं दोखी बने पए हां। आड़ श्रद्धालुआं दी है नहीं भाई, गुरु दे अगे निभ के रहिए। ये शहादत बाबा अजीत सिंह जी ने और बाबा जुझार सिंह जी ने बारी बारी दसम पातशाह के नेत्रां दे सामने प्राप्त की। जिस वक्त बाबा जुझार सिंह जी, बाबा अजीत सिंह साहिब मैदाने जंग विच शहादत नूं प्राप्त हो गए, श्री गुरु गोबिंद सिंह महाराज ने अपनी रसना तो उदों जकारा छड्डिया सी। दुनिया ते बाबा जुझार सिंह जी ने कहा कि गुरपिता हुण मैं समझदा कि हुण समा आ गया, समा उड़ीकदा कि मैं भी उस मैदाने जंग विच कुदां। कलगीधर पातशाह कहंदे ने, वाह पुत्रा, मैं भी यही चाहुंदा सी कि तू खुद अपने आप उस मैदाने जंग विच उतरे ते कल नूं किते इतिहास ना कहे कि शायद दसवें पातशाह ने धक्के नाल अपने पुत्र नूं इस वल तोर दिता। खेत जो मांडियो सूरमा, अब जूझन को चाहो। ए चाह होना चाहिए सी, अब जूझन को दाओ। दोने पुत्रां दी शहादत साहिबजादियां दी होई। दुश्मनां ने भी बैठ के गल की, कहंदे जिस दे नाल असीं जंग लड़ रहे हां, आपां भी पुत्रां वाले हां, ते कदे अपने पुत धी दे झरीट भी लग जावे, वो भी हिरदे नूं छलनी करके रख दिंदी है। वो दसम पातशाह का किड्डा क वड्डा जिगर है कि सामने दो पुत्रां दीयां लाशां पईयां ते गुरु गड़ी चमकौर ते खड़ के जकारे छड्ड रहा है। नहीं हो सकता इस मर्दे कामल वर्गा कोई होर। किसी सियाणे की गल मैनूं बड़ी कमाल दी लगी, कहंदे इस दुनिया ते कदे दरवेश बादशाह नहीं बनया। जिहड़ा दरवेश सी वो दरवेश ही रहा। दरवेश कदे बादशाह नहीं बनया, पर यह भी सच सी कदे बादशाह दरवेश नहीं बनया। जिहड़ा राज भाग ते बह गया वो किते ना किते ਉਹਦੇ ਵਿੱਚ ਉਹ ਰਾਜ वाले औगण आए। ऐ गुरु के सिखो, इस दुनिया दे विच जे कोई बादशाह दरवेश होया
ਤਾਂ ਕੇਵਲ ਤੇ ਕੇਵਲ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਏ। ਇਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਇਹ ਸ਼ਹਾਦਤ ਦਾ ਇੱਕ ਤਰੀਕਾ ਸੀ ਜਿਹੜਾ ਅਪਣਾਇਆ ਵੱਡੇ ਸਾਹਿਬਜ਼ਾਦਿਆਂ ਨੇ, ਜੰਗ ਵਿੱਚ ਜੂਝ ਕੇ ਮਰੇ। ਦੂਸਰਾ ਸ਼ਹਾਦਤ ਦਾ ਤਰੀਕਾ ਹੁੰਦਾ ਹੈ ਕਿ ਤੁਸੀਂ ਹਥਿਆਰ ਨਾਲ ਨਹੀਂ ਲੜ ਰਹੇ, ਦੁਸ਼ਮਣ ਤੁਹਾਡੇ ਤੇ ਭਾਰੂ ਹੈ, ਤੁਸੀਂ ਦੁਸ਼ਮਣ ਦੇ ਕਾਬੂ ਆ ਗਏ, ਦੁਸ਼ਮਣ ਤੁਹਾਡੇ ਸਾਹਮਣੇ ਸ਼ਰਤਾਂ ਰੱਖ ਲਿਆ, ਮੈਂ ਤੈਨੂੰ ਛੱਡ ਸਕਦਾ ਪਰ ਜੇ ਤੂੰ ਆ ਗੱਲ ਕਰਨ ਨੂੰ ਤਿਆਰ ਹੋਵੇਂ। ਉਸ ਵਕਤ ਜਿਹੜਾ ਦੁਸ਼ਮਣ ਨੂੰ ਇਹ ਲਲਕਾਰ ਮਾਰ ਕੇ ਕਹਿ ਦਵੇ ਕਿ ਮੈਂ ਆਪਣਾ ਸਰੀਰ ਛੱਡ ਸਕਦਾ, ਨਾ ਆਪਣਾ ਧਰਮ ਛੱਡਾਂ ਤੇ ਨਾ ਆਪਣਾ ਕਰਮ ਛੱਡਾਂ, ਔਰ ਜੇ ਤੂੰ ਮੈਨੂੰ ਛੱਡ ਵੀ ਦਵੇਂ ਤਾਂ ਮੈਂ ਤੇਰੇ ਨਾਲ ਫੇਰ ਇਸੇ ਰੂਪ ਦੇ ਵਿੱਚ ਆ ਕੇ ਟਕਰਾਂਗਾ, ਤੇ ਉਸ ਵਕਤ ਫਿਰ ਦੁਸ਼ਮਣ ਵਾਰ ਕਰਕੇ ਜ਼ਾਲਮਾਨਾ ਤਰੀਕੇ ਨਾਲ ਉਸ ਸਰੀਰ ਨੂੰ ਘਾਤ ਕਰ ਦੇਵੇ, ਸ਼ਹੀਦ ਕਰ ਦੇਵੇ, ਤੇ ਸਾਧ ਸੰਗਤ ਇਹ ਸ਼ਹੀਦਾਂ ਦਾ ਰੁਤਬਾ ਹੈ। ਤੇ ਇਹ ਰੁਤਬਾ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਨੇ ਪ੍ਰਵਾਨ ਕੀਤਾ। ਮਾਂ ਗੁਜਰ ਕੌਰ ਨੇ 12 ਪੋਹ ਦੀ ਰਾਤ ਨੂੰ, ਕੁਝ ਸਾਲ ਪਹਿਲਾਂ ਇੱਕ ਨੈਸ਼ਨਲ ਟੀਵੀ ਵਾਲੇ ਉੱਥੇ ਆਏ ਤੇ ਉਹਨਾਂ ਨੇ ਮੈਨੂੰ ਸੱਦ ਲਿਆ ਤੇ ਮੈਨੂੰ ਪੁੱਛਣ ਲੱਗੇ, ਕਹਿੰਦੇ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਮੈਂ ਇਹੀ ਕਹਿਣਾ ਚਾਹੁੰਦਾ ਭਰਾਵਾ, ਅੱਜ 12 ਪੋਹ ਦੀ ਰਾਤ ਹੈ, ਅੱਜ ਦੀ ਰਾਤ ਨੇ ਫੈਸਲਾ ਕੀਤਾ ਸੀ ਸਿੱਖੀ ਰਹੂਗੀ ਜਾਂ ਸਿੱਖੀ ਸਦਾ ਵਾਸਤੇ ਖਤਮ ਹੋਊਗੀ। ਕਹਿੰਦੇ ਜੀ ਸਿੱਖੀ ਤਾਂ ਦਸਮ ਪਾਤਸ਼ਾਹ ਨੇ ਸਾਜ ਦਿੱਤੀ ਸੀ 1699 ਨੂੰ। ਮੈਂ ਕਿਹਾ ਬਿਲਕੁਲ, ਪਰ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਇਸ ਮਕਾਮ ਤੇ ਆ ਕੇ ਡੋਲ ਜਾਂਦੇ, ਇਹ ਸੰਸਾਰ ਨੇ ਕਹਿਣਾ ਸੀ ਕਲਗੀ ਵਾਲਿਆ, ਜਿਹੜੀ ਸਿੱਖੀ ਨੂੰ ਤੇਰੇ ਪੁੱਤਰ ਹੀ ਨਹੀਂ ਕਮਾ ਸਕੇ, ਅਸੀਂ ਕਿਵੇਂ ਕਮਾ ਸਕਦੇ ਹਾਂ? ਲੋਕ ਤਾਂ ਬਹਾਨਾ ਭਾਲਦੇ ਹੁੰਦੇ ਨੇ ਪਿੱਛੇ ਨੂੰ ਭੱਜਣ ਵਾਸਤੇ। ਅੱਜ ਦੀ ਰਾਤ ਨੇ ਫੈਸਲਾ ਕੀਤਾ ਸੀ। ਮਾਤਾ ਗੁਜਰ ਕੌਰ ਨੇ ਇੱਕ ਬਚਨ ਕਿਹਾ ਸੀ ਕਿ ਬੇਟਾ ਜ਼ੋਰਾਵਰ ਸਿੰਘ ਸਾਹਿਬ, ਬੇਟਾ ਫਤਿਹ ਸਿੰਘ ਸਾਹਿਬ, ਮੈਂ ਤੁਹਾਡੇ ਪਿਤਾ ਦੇ ਸੁਭਾਅ ਨੂੰ ਜਾਣਦੀ ਹਾਂ। ਜਿਸ ਦਿਨ ਤੁਹਾਡੇ ਦਾਦਾ ਜੀ ਦਾ ਕੱਟਿਆ ਹੋਇਆ ਪਾਵਨ ਸੀਸ ਆਇਆ ਸੀ, ਤੁਹਾਡੇ ਪਿਤਾ ਦਾ ਜਿਗਰਾ ਦੁਨੀਆ ਨੇ ਉਸ ਦਿਨ ਵੇਖ ਲਿਆ ਸੀ। ਔਰ ਯਾਦ ਰੱਖਿਓ, ਤੁਹਾਡੇ ਪਿਤਾ ਵਿੱਚ ਇਹ ਜਿਗਰ ਹੈ, ਜੇ ਕਿਤੇ ਉਹਨੂੰ ਤੁਹਾਡੇ ਵੀ ਕੱਟੇ ਹੋਏ ਸੀਸ ਵੇਖਣੇ ਪੈ ਗਏ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਇਹ ਜਿਗਰ ਹੈ। ਇਹ ਦੁਨੀਆ ਦੇ ਉੱਤੇ ਇਕੱਲਾ ਇੱਕ ਬਾਪ ਹੈ, ਉਹ ਇਕੱਲਾ ਇੱਕ ਪੁੱਤਰ ਸੀ ਜਿਹਨੇ ਕੱਟੇ ਹੋਏ ਪਿਤਾ ਦਾ ਸੀਸ ਵੇਖਿਆ, ਤੇ ਉਹ ਜਿਗਰਾ ਰੱਖਦਾ ਤੇ ਕੱਟੇ ਹੋਏ ਪੁੱਤਰਾਂ ਦੇ ਸੀਸ ਵੀ ਵੇਖ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਜੇ ਕਿਤੇ ਤੁਹਾਡਾ ਸੀਸ ਕਿਤੇ ਝੁਕ ਗਿਆ, ਤੁਹਾਡੇ ਪਿਤਾ ਤੇ ਇਹ ਨਹੀਂ ਵੇਖ ਹੋਣਾ। ਅੱਜ ਧਰਮ ਦੀ ਵਾਗ ਡੋਰ ਤੁਹਾਡੇ ਹੱਥ ਵਿੱਚ ਹੈ। ਇੱਕ ਪਾਸੇ ਤੁਹਾਡੇ ਪਿਤਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਿੱਟੀ ਚਾਦਰ ਹੈ, ਦੁੱਧ ਵਰਗਾ ਇਤਿਹਾਸ ਹੈ, ਤੇ ਦੂਜੇ ਪਾਸੇ ਕੱਲ ਨੂੰ ਤੁਸੀਂ ਇੱਕ ਇਤਿਹਾਸ ਲਿਖਣਾ ਬੇਟਾ, ਕਿਤੇ ਆਪਣੇ ਦਾਦੇ ਦੀ ਚਿੱਟੀ ਚਾਦਰ ਤੇ ਥੋੜਾ ਜਿਹਾ ਵੀ ਆਂਚ ਨਾ ਆ ਜਾਵੇ। ਕਿਤੇ ਤੁਹਾਡਾ ਪਿਤਾ ਤੇ ਤੁਹਾਡੇ ਦਾਦਾ ਜੀ ਮੈਨੂੰ ਕਹਿਣ ਕਿ ਗੁਜਰ ਕੌਰ ਸਿੱਖਿਆ ਵਿੱਚ ਕੀ ਕਮੀ ਰਹਿ ਗਈ ਸੀ, ਤੇ ਉਸ ਵਕਤ ਚੜ੍ਹਦੀ ਕਲਾ ਵਿੱਚ ਕਿਹਾ ਸੀ, ਮਾਤਾ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਕੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਨੇ, ਮਾਂ ਤੇਰੀਆਂ ਦਿੱਤੀਆਂ ਹੋਈਆਂ ਲੋਰੀਆਂ ਦਾ ਨਿਰਣਾ ਕੱਲ ਨੂੰ ਹੋਏਗਾ, ਤੂੰ ਫਿਕਰ ਨਾ ਕਰ, ਐਸਾ ਇਤਿਹਾਸ ਲੈ ਕੇ ਜਾਵਾਂਗੇ, ਦੁਨੀਆ ਯਾਦ ਕਰ ਕਰਕੇ ਰੋਇਆ ਕਰੇਗੀ ਸਾਡੇ ਇਤਿਹਾਸ ਨੂੰ। ਤੇ ਉਹ ਲਿਖ ਦਿੱਤਾ। ਇਹ ਹੈ ਸ਼ਹਾਦਤ ਦਾ ਦੂਸਰਾ ਮਕਾਮ, ਜਿਹੜਾ ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਪੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵਿੱਚ ਸਭ ਤੋਂ
ਛੋਟੀ ਸ਼ਹਾਦਤ ਬਾਬਾ ਫਤਿਹ ਸਿੰਘ ਸਾਹਿਬ ਦੀ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਕਲਗੀ ਵਾਲਿਆ, ਤੂੰ ਕਿਸੇ ਦਾ ਆਧਾਰ ਨਹੀਂ ਰੱਖਿਆ ਆਪਣੇ ਸਿਰ 'ਤੇ। ਜਦੋਂ ਰਾਏ ਕੱਲੇ ਦੇ ਮਕਾਮ 'ਤੇ ਬੈਠ ਕੇ ਆਪਣੇ ਮਾਤਾ ਔਰ ਪੁੱਤਰਾਂ ਦੀ ਸ਼ਹਾਦਤ ਦਾ ਵਰਤਾਂਤ ਸੁਣਦੇ ਨੇ, ਜਦੋਂ ਨੂਰੇ ਮਾਹੀ ਨੂੰ ਕਿਹਾ, ਨੂਰਿਆ ਸੁਣਾ ਸਰਹੰਦ ਵਿੱਚ ਕੀ ਬੀਤੀ ਮੇਰੀ ਮਾਤਾ ਨਾਲ ਤੇ ਸਾਹਿਬਜ਼ਾਦਿਆਂ ਨਾਲ। ਸੂਰਜ ਛਿਪਣ ਵਾਲਾ ਹੈ, ਇਸ ਸੂਰ ਦੇ ਛਿਪਣ ਤੋਂ ਪਹਿਲਾਂ ਮੈਨੂੰ ਸਾਰੀ ਗੱਲ ਦੱਸ। ਨੂਰੇ ਦੀ ਧਾਰ ਨਿਕਲ ਗਈ, ਕਲਗੀ ਵਾਲਿਆ ਸੂਰਜ ਤੇ ਛਿਪ ਗਿਆ। ਸੂਰਜ ਛਿਪ ਗਏ। ਜਿਉਂ ਹੀ ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹਾਦਤ ਦਸਮ ਪਾਤਸ਼ਾਹ ਦੇ ਪਾਵਨ ਕੰਨਾਂ ਦੇ ਵਿੱਚ ਪਈ, ਮਹਾਰਾਜ ਸਾਹਿਬ ਨੇ ਤੀਰ ਦੀ ਨੋਕ ਤੇ ਘਾਈ ਦਾ ਬੂਟਾ ਪੱਟ ਕੇ ਕਹਿ ਦਿੱਤਾ, ਅੱਜ ਤੋਂ ਬਾਅਦ ਇਸ ਮੁਗਲਿਆ ਸਲਤਨਤ ਦੀ ਰਾਜ ਦੀ ਜੜ ਪੱਟ ਦਿੱਤੀ, ਕਦੇ ਇਸ ਮੁਲਕ ਤੇ ਹੁਣ ਰਾਜ ਨਹੀਂ ਆਏਗਾ। ਇਹ ਸੀ ਨਿਰਣਾ। ਫਤਿਹ ਸਿੰਘ, ਜੇ ਤੂੰ 7 ਵਰ੍ਹਿਆਂ ਦੀ ਉਮਰ ਵਿੱਚ ਮੇਰੇ ਲਈ ਕੁਰਬਾਨ ਹੋ ਗਿਆ ਤਾਂ ਫਿਰ ਵੇਖ ਕੇ ਤੈਨੂੰ ਮੈਂ ਸਭ ਤੋਂ ਵੱਡੀ ਵਡਿਆਈ ਦੇ ਰਿਹਾ ਕਿ ਤੇਰੀ ਕੁਰਬਾਨੀ ਸੁਣਨ ਤੋਂ ਬਾਅਦ ਇਹ ਜੜ ਮੈਂ ਆਪਣੇ ਪਿਤਾ ਦੀ ਕੁਰਬਾਨੀ ਤੋਂ ਬਾਅਦ ਨਹੀਂ ਪੱਟੀ। ਇਹ ਜੜ ਤੁਹਾਡੇ ਵੱਡੇ ਭਰਾਵਾਂ ਦੀ ਸ਼ਹਾਦਤ ਮੇਰੀਆਂ ਅੱਖਾਂ ਦੇ ਸਾਹਮਣੇ ਹੋਈ, ਮੈਂ ਉਦੋਂ ਨਹੀਂ ਪੱਟੀ। ਮੇਰੇ ਮਾਮਿਆਂ ਦੇ ਪੁੱਤ, ਮੇਰੇ ਭੂਆਂ ਦੇ ਪੁੱਤ, ਪੀਰ ਬੁੱਧੂ ਸ਼ਾਹ ਵਰਗੇ ਮੇਰੇ ਮਹਾਨ ਗੁਰਸਿੱਖਾਂ ਦੇ ਪੁੱਤਰਾਂ ਦੇ ਪੁੱਤ ਸ਼ਹਾਦਤ ਹੋਏ, ਪਰ ਕਿਉਂਕਿ ਤੇਰੀ ਉਮਰ ਬੜੀ ਛੋਟੀ ਸੀ, ਸਭ ਤੋਂ ਛੋਟੀ ਉਮਰ ਦਾ ਤੂੰ ਮੇਰੇ ਖਾਨਦਾਨ ਦਾ ਵਾਰਸ ਹੈ। ਇਸ ਲਈ ਇਹ ਤੈਨੂੰ ਫਖਰ ਤੇ ਤੈਨੂੰ ਮਾਣ ਰਹੇਗਾ। ਤੇ ਕਲਗੀ ਵਾਲੇ ਨੇ ਕਿਸੇ ਦਾ ਉਧਾਰ ਨਹੀਂ ਰੱਖਿਆ ਭਾਈ, ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਗੁਰੂ ਸਾਹਿਬ ਦੇ ਪੁੱਤਰ ਸਨ। ਐਸੇ ਗੁਰ ਕੋ ਬਲ ਬਲ ਜਾਈਏ। ਸੋ ਇਸ ਲਈ ਜੇ ਤੁਸੀਂ ਹੁਣ ਇਹ ਇਤਿਹਾਸ ਸੁਣਿਆ ਤੇ ਕਲਗੀ ਵਾਲੇ ਨੂੰ ਸਿਜਦਾ ਕਰਨਾ ਚਾਹੁੰਦੇ ਹੋ ਤਾਂ ਫਿਰ 1 ਮਹੀਨੇ ਬਾਅਦ ਤੁਹਾਡੇ ਇਸ ਨਗਰ ਦੇ ਵਿੱਚ ਅੰਮ੍ਰਿਤ ਸੰਚਾਰ ਹੋਏਗਾ। 5 ਪਿਆਰੇ ਆਉਣਗੇ ਤੇ ਖੁਸ਼ੀ ਫਿਰ ਇਸ ਗੱਲ ਦੀ ਹੋਏਗੀ ਕਿ ਅੱਜ ਆਪਾਂ ਇਹ ਫੈਸਲਾ ਕਰੀਏ ਕਿ ਜਿੰਨੇ ਕੁ ਆਪਾਂ ਬੈਠੇ ਹਾਂ, ਸਮਾਂ ਆਪਣੇ ਕੋਲ ਹੈ, ਮਨ ਬਣਾਈਏ। ਅੱਜ ਅਸੀਂ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਅਰਦਾਸ ਕਰ ਦਈਏ ਕਿ ਤੁਹਾਡੀ ਯਾਦ ਵਿੱਚ ਅੱਜ ਤੁਹਾਡੇ ਇਤਿਹਾਸ ਨੂੰ ਸੁਣ ਕੇ ਅਸੀਂ ਅੰਮ੍ਰਿਤਧਾਰੀ ਹੋਣ ਦਾ ਫੈਸਲਾ ਕਰ ਲਿਆ, ਤਾਂ ਸਮਝ ਲਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੁੱਟ ਲਈਆਂ ਤੇ ਦਸਮ ਪਾਤਸ਼ਾਹ ਦੇ ਤੁਸੀਂ ਧੀਆ ਪੁੱਤਰ ਬਣੋਗੇ ਤੇ ਤੁਹਾਡੀ ਬਾਂਹ ਸਾਹਿਬਜ਼ਾਦੇ ਫੜਨ ਕੇ ਤੇ ਗੁਰੂ ਆਪ ਫੜੇਗਾ। ਤੋ ਇਸ ਲਈ ਇਹ ਸਮਾਂ, ਜਿਸ ਤਰ੍ਹਾਂ ਮੈਂ ਆਰੰਭਤਾ ਵਿੱਚ ਕਿਹਾ ਸੀ, ਇਸ ਦੁਨੀਆ ਤੇ ਕਿਸੇ ਨੇ ਰਹਿਣਾ ਨਹੀਂ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁਨ ਜਾਏ। ਗੁਰੂ ਨਾਨਕ ਕਹਿੰਦੇ ਨੇ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ, ਧੰਦਾ ਪਿਟਿਓ ਭਾਈ ਉਹ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਾਗ ਆਏ ਸੋਈ, ਜੇ ਕਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ। ਤੁਹਾਡੇ ਨਗਰ ਦੇ ਇਹਨਾਂ ਨੌਜਵਾਨਾਂ ਦਾ ਬਹੁਤ ਉਪਰਾਲਾ ਹੈ। ਇਸੇ ਤਰ੍ਹਾਂ ਇਹਨਾਂ ਨੂੰ ਥਾਪੜਾ ਦੇ ਕੇ ਰੱਖੋ ਕਿ ਹਰ ਮਹੀਨੇ ਤਕਰੀਬਨ ਮੇਰਾ ਖਿਆਲ 6 ਮਹੀਨੇ ਪਹਿਲਾਂ, ਉਦੋਂ ਇਹਨਾਂ ਨੂੰ ਦਾਸ ਨੂੰ ਇਹਨਾਂ ਨੇ ਸੱਦਿਆ ਸੀ, ਉਦੋਂ ਲਾਇਬ੍ਰੇਰੀ ਤੁਹਾਡੇ ਨਗਰ ਨੂੰ ਲੈ ਕੇ ਦਿੱਤੀ ਸ਼੍ਰੋਮਣੀ ਕਮੇਟੀ ਤੋਂ। ਉਸ ਤੋਂ ਬਾਅਦ ਸੋ ਇਹਨਾਂ ਦੇ ਖਿਆਲ ਰਹਿੰਦੇ ਨੇ ਜੀ ਕਿ ਹਰ ਮਹੀਨੇ ਅਸੀਂ ਕਥਾ ਕਰਾਉਣੀ ਹੈ ਤੇ ਕੋਈ ਨਾ ਕੋਈ ਕਥਾਕਾਰ। ਸੋ ਮੇਰੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਜਿੰਨੀ ਕੁ ਸਾਡੀ ਨਿਗਾਹ ਦੇ ਵਿੱਚ ਚੰਗੇ ਗੁਰਮਤ ਇਤਿਹਾਸ ਦੇ ਜਾਣਕਾਰ ਤੇ ਉਹ ਤੁਹਾਡੇ ਕੋਲ ਭੇਜੀਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਕੋਲ ਭੇਜਦੇ ਰਹਾਂਗੇ। ਔਰ ਸਾਲ ਛਮਾਹੀ ਬਾਅਦ ਦਾਸ ਵੀ ਤੁਹਾਡੇ ਦਰਸ਼ਨ ਕਰਦਾ ਰਹੇਗਾ ਤੇ ਗੁਰੂ ਕਿਰਪਾ ਕਰੇ ਤੇ ਆਪਾਂ ਸਾਰੇ, ਇਹ ਕਈ ਵਾਰੀ ਪਤਾ ਨਹੀਂ ਹੁੰਦਾ, ਅੱਜ ਤੁਸੀਂ ਇੰਨੇ ਕੁ ਛੋਟੇ ਜਿਹੇ ਸਿਸਟਮ ਤੋਂ ਸ਼ੁਰੂ ਕੀਤਾ ਹੈ, ਜੇ ਲੱਗੇ ਰਹੇ ਤਾਂ ਮੈਨੂੰ ਲੱਗ ਰਿਹਾ, ਮਹਿਸੂਸ ਹੋ ਰਿਹਾ ਕਿ ਇਹ ਸਮਾਗਮ ਕਿਤੇ ਵੱਡਾ ਰੂਪ ਵੀ ਲੈ ਸਕਦਾ। ਇੱਦਾਂ ਹੀ ਲੈਂਦੇ ਨੇ। ਸੋ ਇਹਨਾਂ ਨੌਜਵਾਨ ਵੀਰਾਂ ਦਾ ਉਤਸ਼ਾਹ ਤੋਂ ਗੁਰੂ ਕਿਰਪਾ ਕਰੇ। ਸੋ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਹੋਰ ਅੱਗੇ ਨੂੰ ਤਰੱਕੀ ਕਰਨ, ਅੱਜ ਆਪਣੇ ਪਿੰਡ ਵਿੱਚ ਤਾਂ ਹੌਲੀ ਹੌਲੀ ਤੇ ਨਾਲ ਦੇ ਪਿੰਡਾਂ ਦੇ ਵਿੱਚ, ਤਾਂ ਕਿ ਅੱਜ ਅਸੀਂ ਜੇ ਆਪਣੀ ਕੌਮ ਨੂੰ ਬਚਾਉਣਾ ਹੈ, ਆਪਣੇ ਬੱਚਿਆਂ ਨੂੰ ਬਚਾਉਣਾ ਹੈ। ਅੱਜ ਸਾਡੀ ਹਾਲਤ ਕੀ ਹੈ, ਭਾਵੇਂ ਟਾਈਮ ਹੋ ਗਿਆ
पर क्योंकि आपां किहड़े इत्थे रोज़ रोज़ इकट्ठे होना हुंदा, कुछ गल्लां ने जिहड़ियां तुहाडे काम आउण वालीआं ने। बाकी समा तो रोज़ ही सौना, तो जे अज 15 मिनट लेट हो जाएंगे कोई बहुता ज़्यादा महसूस ना करियो, कल नूं किते इन्हां नूं घेर लओ इत्थे भी भाई जी तो हटे नहीं, अद्धा घंटा उपर लै गया। तो इस करके आपां किहड़ा इत्थे कोई हुण जिहड़ियां बोलियां पा रहे हैं, गुरु की गल कर रहे हैं। कहण तो भाव इह आ, अज साडे लई समस्या की है सानूं पता नहीं लगता। मैं एक दिन विद्वानां नूं अध्ययन कर रहा सी, अज साडी जिहड़ी गुरमुखी है, जिहड़ियां भाषावां ने, भाषावां विच आदान प्रदान हुंदा है। देखो पहला सी संस्कृत, संस्कृत तो बनी संस्कृत, संस्कृत तो बनी हिंदी। हिंदी तक आउण लई पहलां दो भाषावां वो अगे तब्दील हुंदियां रहियां। अरबी तो बनी फारसी, फारसी तो बनया उर्दू। दुनिया की हर भाषा के पिछे कोई ना कोई भाषा खड़ी है, पर किड्डा वड्डा माण है साडे कोल कि तुहानूं कोई उंगल करके नहीं कह सकदा कि तुहाडी गुरमुखी के पिछे किहड़ी भाषा खड़ी है। गुरमुखी के पिछे जे कोई खड़िया तो धन गुरु अंगद साहब महाराज जी का पावन मुखड़ा खड़िया, जिस मुख तो ये 35 अखर जिन्होंने सतगुरु जी ने दुनिया दीयां हर भाषावां का अध्ययन करके सानूं दिता। अज सानूं ये नहीं पता लगता, मैं हुण तुहानूं कुछ लफ्ज़ बोल के दसूँगा, तुहानूं ये लगदा भी सारे पंजाबी दे ने। स्कूल, मॉडर्न, मॉडल, पेंटर, क्लास, सर्कस, सर्कल। हुण देखो सर्कल सानूं ऐ लगदा भी जिवें पूरा साडा पंजाबी दा, तो साडे जिहड़ी 100 साल पुरानी कहंदे जमात है, वो भी कहंदी है भी साडा सर्कल दा जथेदार है बड़े मान नाल। सर्कल शब्द की दा अंग्रेजी दा, ये लफ्ज़ तुहानूं दे दित्ते, तुसीं हौली हौली आदी बन गए, सारे अंग्रेजी दे लफ्ज़ ने ये। स्कूल, क्लास, पेंटर, सर्कल, सर्कल सारे अंग्रेजी दे ने, पर सानूं ऐ लगदा भी तां असीं पंजाबी बोल रहे हैं। बिगाड़ती तुहाडी भाषा। हुण जिहड़े साडे डिक्शनरी दे विच कुछ शब्द सी, आस, गाज, रथ, कुरंग, सूअर, करहल, ये सारे लोप हो गए। अज भाषा विभाग की तुसीं डिक्शनरी चक दो, पर बहुती चिंता करन दी इहदी लोड़ नहीं। तुहाडे कोलों गुरमुखी कोई खो नहीं सकदा। क्यों? क्योंकि तुहाडे कोल धन गुरु ग्रंथ साहब महाराज की बाणी है। ये बाणी एक ओंकार तो लैके 18 दस 20 तक गुरमुखी विच लिखी गई है। जुगो जुग अटल है साडा गुरु, जदों तक जुग रहणगे साडा गुरु है, ते साडा गुरु है ते साडी भाषा है। सिर्फ सानूं थोड़ा जिहा संभलण दी लोड़ है, ते असीं किवें संभलांगे? अपने बच्चों नूं बाणी पढ़न की आदत पाओ। समझ लो तुहातों कोई गुरमुखी नहीं लै जा सकता। सानूं अंग्रेजी की भी लोड़ आ, सानूं होर भाषावां की भी लोड़ है। मैं उहदा विरोध नहीं करता, क्योंकि अज जे कुल मिला के देखा जाए तो दुनिया दे विच अंग्रेजी भाषा ही है जिहड़ी सब नूं जोड़ी फिरदी है। यूरोप दे विच तकरीबन मैं जाता रहना, उत्थे हर मुल्क की अपनी भाषा, तो जे उन्होंने अंग्रेजी भी बोलो हथ खड़े कर देंगे ने, देखण नूं लगदे ने अंग्रेज। वो कहते हैं साडी भाषा च गल कर, सानूं नहीं अंग्रेजी आउंदी। बल्कि इटली वगैरह ने तो बैन भी कर दिता अपने उहदे विच। पर इसलिए मैं तो विरोधी नहीं, पर असीं जिन्नी चिंतावां होर गल्लां दियां कर रहे हैं, सानूं उह तों थोड़ी जी दूरी बना के एक तां इहदे ते सानूं ध्यान देण दी लोड़ आ। एक सानूं ये भी जागृति लोकां नूं करन दी लोड़ आ कि असीं देखो, एक तां गालां कड्ढी जाने आ सरकारां नूं, होरां नूं भी लुੱਟ रहे ने, चलो तो लुੱਟ रहे ने, ते जिहड़ा असीं लगे होए आ आपस विच एक दूए नूं लुੱਟਣ, कदे उहदे ते भी ध्यान दिओ। अज हुण जदों विआह धर लैंदे आ, वो होर की हो रहा उत्थे? बस नाले हस हस के लटाई करा रहे हैं, तो हस हस के लुੱਟੇ जा रहे हैं। तुसीं एक तजर्बा कर लो, एक दाल लै लो, एक लै लो सब्जी, थानू टेस्ट इक्के दा आऊगा दोनों चों। बना लो अपने घर च, खा के देखो ध्यान नाल, क्योंकि जो ध्यान ना हो उदों नहीं, दोनों चों तुहानू एक दा टेस्ट आऊगा। सारी रोटी खाण वाले एक दा ही आऊगा। फिर
ਕਿੰਨਾ ਪਦਾਰਥ ਲੋਕੀ ਬਣਾ ਕੇ ਮੁੜ ਕੇ ਉਹ ਰੂੜੀਆਂ ਤੇ ਰੁੜਦਾ ਹੈ। ਉਹ ਪਦਾਰਥ ਥੋੜ੍ਹੀ ਰੁੜਦਾ ਹੈ, ਉਹ ਕਿਸੇ ਦੀ ਹੱਕ ਦੀ ਕਮਾਈ ਹੋਈ ਸਾਰੀ ਉਮਰ ਦੀ ਕਮਾਈ ਹੁੰਦੀ ਆ। ਉਹੀ ਕਮਾਈ ਉਹ ਕਿਤੇ ਲੜਕੀ ਦੇ ਲੇਖੇ ਲਾ ਦਿਓ, ਕਿਤੇ ਕਿਸੇ ਤਰੀਕੇ ਦੇ ਨਾਲ ਜਿਹੜੀ ਉਹਦੇ ਕੰਮ ਵੀ ਆਵੇ, ਉਹਦੇ ਅੱਗੇ ਕੰਮ ਆਵੇ, ਉਹਦੇ ਬੱਚਿਆਂ ਦੇ ਕੰਮ ਆਵੇ। ਤੇ ਅਸੀਂ ਕਿਉਂ ਆਪਣੇ ਆਪ ਹੀ, ਹੁਣ ਇਹ ਤਾਂ ਸਾਨੂੰ ਸਰਕਾਰਾਂ ਨਹੀਂ ਕਹਿੰਦੀਆਂ ਵੀ ਇੱਦੋਂ ਘੱਟ ਜੇ ਤੁਸੀਂ ਖਰਚਾ ਕਰੋਗੇ ਵਿਆਹ ਤੇ ਤੁਹਾਨੂੰ ਸਜ਼ਾ ਕਰ ਦਿਆਂਗੇ। ਇਹ ਤਾਂ ਅਸੀਂ ਆਪ ਲੁੱਟੇ ਜਾ ਰਹੇ ਹਾਂ ਨਾ ਇਹਨਾਂ ਗੱਲਾਂ ਤੇ। ਇਹ ਕੁਛ ਅਲਾਮਤਾਂ ਜਿਹੜੀਆਂ ਨੇ ਸਾਨੂੰ ਆਪ ਵੀ ਸੁਧਰਨ ਦੀ ਲੋੜ ਹੈ। ਇਹ ਸੁਧਾਰ ਕਿੱਥੋਂ ਹੋਣਾ? ਇਹ ਗੁਰੂ ਕੀ ਸੰਗਤ ਤੋਂ। ਗੁਰੂ ਸਾਹਿਬ ਨੇ ਗੱਲ ਕੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮੈਂ ਚੱਲਿਆ ਗੁਆਰ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਪਹਿਨਣ ਤੇ ਵੀ ਕਿਹਾ ਵੀ ਸਾਦਾ ਪਹਿਣਾ ਸਾਦਾ ਖਾਣਾ। ਇਸ ਕਰਕੇ ਸਾਦਗੀ ਦੇ ਵਿੱਚ ਹੀ ਜਿੰਨਾ ਜ਼ਿੰਦਗੀ ਦਾ ਆਨੰਦ ਹੈ ਉਹ ਚਟਕ ਭਟਕ ਦੇ ਵਿੱਚ ਨਹੀਂ ਹੈ। ਇਸ ਲਈ ਅਸੀਂ ਆਪਣੇ ਆਪ ਨੂੰ ਸੁਧਾਰੀਏ, ਆਪਣੇ ਆਪ ਨੂੰ, ਕਿਉਂਕਿ ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ। ਆਪਣੇ ਆਪ ਨੂੰ ਆਪ ਸਵਾਰਨਾ ਪੈਣਾ ਹੈ, ਜਾਂ ਫਿਰ ਕਿਰਪਾ ਗੁਰੂ ਨੇ ਕਰਨੀ ਹੈ, ਕਦੇ ਦੂਜਾ ਕੋਈ ਨਹੀਂ ਸਵਾਰ ਸਕਦਾ। ਇਸ ਕਰਕੇ ਗੁਰੂ ਦਾ ਇਤਿਹਾਸ ਪੜ੍ਹੀਏ। ਇਹ 239 ਸਾਲ ਦੀ ਕਮਾਈ ਹੈ ਜਿਹੜੀ ਗੁਰੂ ਸਾਹਿਬ ਸਾਨੂੰ ਕਰਕੇ ਦੇ ਗਏ। ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਲਾਗ ਤੇ ਦੀਵਾਨ ਰਹੇ, ਝੂਲ ਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ ਕੇ। ਇਸ ਕਰਕੇ ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ ਕਿ ਇਹ ਤੁਹਾਡੇ ਹੱਥ ਵਿੱਚ ਜ਼ਿਆਦਾ ਵਾਗਡੋਰ ਹੈ। ਦੇਖੋ ਅੱਜ ਜਿੰਨਾ ਪੁਰਾਣੇ ਸਮੇਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦਾ ਇਤਿਹਾਸ ਦਾ ਗਿਆਨ ਹੋ ਜਾਂਦਾ ਸੀ ਨਾ ਮਾਂ ਦਾਦੀ ਦੀ ਗੋਦ ਵਿੱਚ, ਅੱਜ +2 ਤੋਂ ਜਾ ਕੇ ਵੀ ਬੱਚੇ ਕੋਰੇ ਨੇ। ਕਿੱਡਾ ਸਾਡਾ ਜਨਾਜ਼ਾ ਨਿਕਲਦਾ ਕਈ ਵਾਰ। ਆ ਵੇਖਿਆ ਕਿ ਸ਼ਹੀਦੀ ਜੋੜ ਮੇਲੇ ਤੇ ਕਈ ਪੱਤਰਕਾਰਾਂ ਨੇ ਉੱਥੇ ਘੇਰ ਕੇ ਪੁੱਛਦੇ ਨੇ, ਜਦੋਂ ਥੋੜ੍ਹੀ ਜਿਹੀ ਗੱਲ ਪੁੱਛਦੇ ਨੇ ਕੁਛ ਵੀ ਗੱਲ ਨਹੀਂ ਆਉਂਦੀ, ਉਹਨੂੰ ਜਵਾਬ ਹੀ ਨਹੀਂ ਆਉਂਦਾ। ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਈਏ ਕਿ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕਿਉਂ ਕੀਤੀਆਂ। ਇਹ ਸਾਨੂੰ ਦਾਤ ਸਿੱਖੀ ਦੀ ਜੇ ਮਿਲੀ ਹੈ, ਵਿਰਸਾ ਇਹ ਦਸਮ ਪਾਤਸ਼ਾਹ ਨੇ ਆਪਣਾ ਲਹੂ ਡੋਲ ਕੇ ਦਿੱਤਾ ਹੈ। ਸੋ ਗੁਰੂ ਕਿਰਪਾ ਕਰੇ ਸ਼ਹਾਦਤ ਦੇ ਦਿਹਾੜਿਆਂ 'ਤੇ। ਸੋ ਆਪ ਸਾਰੀਆਂ ਸੰਗਤਾਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਦਰ 'ਤੇ ਬੜੇ ਪਿਆਰ ਸਤਿਕਾਰ ਨਾਲ ਨਮਸਕਾਰਾਂ ਕਰੋ। ਉਸ ਦਰ ਨਾਲ ਜੁੜੋ, ਉਸ ਘਰ ਨਾਲ ਜੁੜੋ। ਕੋਸ਼ਿਸ਼ ਕਰੋ ਕਿ ਕਮ ਸੇ ਕਮ ਹਫ਼ਤੇ ਬਾਅਦ, 2 ਹਫ਼ਤੇ ਬਾਅਦ, ਮਹੀਨੇ ਬਾਅਦ ਜ਼ਰੂਰ ਇਹ ਜਿਹੜੇ ਮਕਾਮ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਨਾਭਾ ਸਾਹਿਬ, ਦਸਮ ਪਾਤਸ਼ਾਹ ਦਾ ਅਸਥਾਨ ਨਾਢਾ ਸਾਹਿਬ, ਸਾਹਿਬਜ਼ਾਦਿਆਂ ਦਾ ਅਸਥਾਨ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਅਤੇ ਦੂਖਨਿਵਾਰਨ ਸਾਹਿਬ ਕਿੰਨੀ ਕੁ ਦੂਰ ਨੇ, ਪੰਜੋਖਰਾ ਸਾਹਿਬ। ਕਦੇ ਆਪਣੇ ਬੱਚਿਆਂ ਨੂੰ ਕਦੇ ਕਿਸੇ ਸਥਾਨ 'ਤੇ, ਕਦੇ ਕਿਸੇ ਸਥਾਨ 'ਤੇ, ਇੱਦਾਂ ਇਹਨਾਂ ਨੂੰ ਯਾਤਰਾ ਕਰਾਓ, ਇਹਨਾਂ ਨੂੰ ਗੁਰਸਿੱਖੀ ਦਾ ਦਾਤ ਦਿਓ ਅਤੇ ਸਮਝ ਲਓ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ ਵਫਾ ਕਰ ਰਹੇ ਹੋ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਕੋਈ ਅੱਖਰਵਾਦ ਕਾਟ ਗੁਰੂ ਸਾਹਿਬ ਜੀ ਦੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ। ਸਤਿਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ